ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਛ ਤਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਹੋ ਇਹੋ ਮੁਖ ਉਚਰਹਿ ਸ਼ਾਸਤਰ ਖਟ ਇੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਝ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਆਸਾ ਮਹਲਾ ਤੀਜਾ ਪੱਟੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਇਓ ਅੰਗੈ ਸਭ ਜਗ ਆਇਆ ਕਾਖੈ ਕੰਗੈ ਕਾਲ ਭਇਆ ਰੇ ਲੱਲੀ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ ਮਨ ਐਸਾ ਲੇਖਾ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਸਾ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 434 ਅੰਗ ਤੇ ਸੁਸ਼ੋਭਿਤ ਹੈ। ਜਿਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਪੱਟੀ ਲਿਖੀ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ ਸੀ, ਤਿਵੇਂ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਰ੍ਹਾਂ ਤੀਸਰੇ ਸਰੂਪ ਅੰਦਰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਪੱਟੀ ਸਿਰਲੇਖ ਹੇਠ ਜੋ ਬਾਣੀ ਉਚਾਰਨ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 2 ਵਾਰ ਸਤ ਸੰਗਤ ਜੀ ਬਾਣੀ ਆਉਂਦੀ ਹੈ। ਜਿਵੇਂ ਕੱਲ੍ਹ ਦੇ ਦੀਵਾਨਾਂ ਵੀ ਸਮਾਪਤੀ ਹੋਈ ਸੀ, ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੀ, ਜੋ ਅੱਜ ਬਾਣੀ ਪ੍ਰਾਰੰਭ ਵਿਚਾਰ ਹੋ ਰਹੀ ਹੈ। ਇਹ ਤੀਸਰੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਇਸ ਪਵਿੱਤਰ ਬਾਣੀ ਦੀ ਉਥਾਨਕਾ ਹੈ। ਜਿਵੇਂ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਜੀ ਜੀਵਾਂ ਦੀ ਕਲਿਆਣ ਹਿਤ ਗੋਇੰਦਵਾਲ ਸਾਹਿਬ ਮਹਾਰਾਜ ਜੀ ਨੇ ਜੋ ਨਗਰ ਵਸਾਇਆ, ਫਿਰ ਬੌਲੀ ਸਾਹਿਬ ਬਣਵਾਈ, ਬੇਅੰਤ ਜੀਵਾਂ ਦਾ ਭਲਾ ਕੀਤਾ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ। ਤੇ ਨਗਰ ਦੇ ਅੰਦਰ ਬੜੇ ਪਿਆਰ ਦੇ ਨਾਲ ਭਾਵਨਾ ਵਾਲੇ ਗੁਰਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਜਿੱਥੇ ਪਿਆਰ ਭਾਵਨਾ ਵਾਲੇ ਗੁਰਸਿੱਖ ਆਉਂਦੇ ਆ, ਉੱਥੇ ਨਾਲ ਨਾਲ ਈਰਖਾ ਵੱਸ ਰਹਿਣ ਵਾਲੇ ਵੀ ਕੁਝ ਲੋਕ ਨਗਰ ਦੇ ਅੰਦਰ ਵੱਸਦੇ। ਕੁਝ ਐਸੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਏ ਜਿਨ੍ਹਾਂ ਨੇ ਪਰਮਾਰਥ ਦੇ ਰਸਤੇ ਤੋਂ ਖੁੰਝ ਕੇ ਕੇਵਲ ਸੰਸਾਰ ਦੇ ਅੰਦਰ ਭਟਕਣਾ ਵਿੱਚ ਹੀ ਪੈ ਕਰਕੇ ਬਾਰ-ਬਾਰ ਭਟਕਣਾ ਕੀਤਾ। ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਪਰਮੇਸ਼ਰ ਦੇ ਦਰ ਤੋਂ ਭੁੱਲ ਗਏ ਹੈ। ਉਹ ਸੰਸਾਰ ਦੀ ਭਟਕਣਾ ਵਿੱਚ ਪੈ ਕੇ ਦਰ-ਦਰ ਤੇ ਠੋਕਰਾਂ ਖਾ ਰਹੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਜੂਰ ਸ਼ਰਨ ਆਏ ਹੋਏ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਕਰਕੇ ਨਵਾਜਦੇ ਹੈ। ਨਗਰ ਦੇ ਵਿੱਚ ਇੱਕ ਪੰਡਿਤ ਵਿਦਵਾਨ ਬਹੁਤ ਦੁਨਿਆਵੀ ਵਿਦਿਆ ਪੜ੍ਹਿਆ ਹੋਇਆ ਸੀ। ਧਰਮ ਸ਼ਾਸਤਰ ਆਦਿ ਗ੍ਰੰਥ ਉਸਨੇ ਪੜ੍ਹੇ ਹੋਏ ਸਨ। ਵਿਦਿਆ ਦਾ ਬੜਾ ਮਾਣ ਸੀ ਮਨ ਦੇ ਅੰਦਰ। ਔਰ ਹੋਰ ਛੋਟੇ ਬੱਚਿਆਂ ਨੂੰ ਵਿਦਿਆ ਪੜ੍ਹਾਉਣੀ। ਬਹੁਤ ਸਾਰੇ ਜਿਹੜੇ ਬੱਚੇ ਸਨ ਉਹਦੇ ਕੋਲ ਵਿਦਿਆ ਪੜ੍ਹਨ ਦੇ ਵਾਸਤੇ ਆਉਂਦੇ, ਪਰ ਵਿਦਿਆ ਪੜ੍ਹਾਉਣ ਦੇ ਨਾਲ ਨਾਲ ਉਹ ਸਮੇਂ ਦੀ ਰਵਾਇਤ ਅਜਿਹੀ ਸੀ ਕਿ ਜਿਹੜੇ ਕੋਈ ਪੰਡਿਤ ਲੋਕ ਹੁੰਦੇ ਸਨ ਜਾਂ ਪਾਂਧੇ ਜਿਹੜੇ ਵਿਦਿਆ ਪੜ੍ਹਾਉਂਦੇ ਸਨ ਬੱਚਿਆਂ ਨੂੰ, ਉਹ ਸਮੇਂ ਦੀ ਰਵਾਇਤ ਸੀ ਕਿ ਜਿਹੜਾ ਰਿਸ਼ਤੇ ਕਰਾਉਣੇ, ਵਿਆਹ ਕਰਾਉਣਾ, ਇਹ ਉਹਨਾਂ ਦੇ ਹੱਥ ਹੀ ਸੀਗਾ।
ਕਦੇ ਲੜਕੀ ਵਾਲਿਆਂ ਦੇ ਕੋਲ ਜਾ ਕਰਕੇ ਪੈਸੇ ਲੈ ਲੈਣੇ, ਕਦੇ ਲੜਕੇ ਵਾਲਿਆਂ ਦੇ ਕੋਲ ਜਿੱਧਰੋਂ ਵੀ ਦਾ ਲੱਗਾ ਉਧਰੋਂ ਪੈਸੇ ਵਸੂਲ ਕਰ ਲੈਣੇ। ਤੇ ਨਗਰ ਦੇ ਲੋਕ ਮਿਲ ਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਆਏ ਨੇ, ਹੱਥ ਜੋੜ ਕੇ ਬੇਨਤੀ ਕਰਦੇ ਨੇ, हे ਸਤਿਗੁਰੂ ਜੀ, ਇਹ ਜੋ ਬੱਚਿਆਂ ਨੂੰ ਵਿੱਦਿਆ ਪੜਾਉਣ ਵਾਲਾ ਪੰਥ ਹੈ, ਮਹਾਰਾਜ ਜੀ ਨੇ ਵਿੱਦਿਆ ਕੀ ਪੜਾਉਣੀ ਹੈ, ਕੀ ਬੱਚਿਆਂ ਨੂੰ ਸਿਖਾਵੇਗਾ, ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੀ ਇਹ ਸੇਧ ਦੇਵੇਗਾ। ਇਹ ਤਾਂ ਆਪ ਲਾਲਚ ਕਰ ਕਰਕੇ ਕਦੇ ਲੜਕੀ ਵਾਲਿਆਂ ਕੋਲੋਂ ਪੈਸੇ ਗਰਾ ਲੈਂਦਾ, ਕਦੇ ਲੜਕੇ ਵਾਲਿਆਂ ਦੇ ਕੋਲੋਂ ਲੈ ਲੈਂਦਾ, ਲੋਕਾਂ ਦੇ ਅੱਖੀਂ ਘੱਟਾ ਪਾ ਰਿਹਾ ਹੈ। ਝੂਠ ਬੋਲ ਕਰਕੇ ਕਦੇ ਕਿਸੇ ਪਾਸਿਓਂ ਪੈਸੇ ਵਸੂਲ ਲੈਂਦਾ, ਕਦੇ ਕਿਸੇ ਪਾਸਿਓਂ ਲੈ ਲੈਂਦਾ, ਤੇ ਲੋਕੀ ਕਹਿਣ ਜੋਗੇ ਵੀ ਕੁਝ ਨਹੀਂ। ਮਹਾਰਾਜ ਸਭ ਕੁਝ ਇਹਨਾਂ ਦੇ ਹੱਥਾਂ ਵਿੱਚ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਸਾਡੇ ਕੋਲ ਲੈ ਕੇ ਆਵੋ। ਜਦ ਹਜੂਰ ਦੇ ਸਨਮੁਖ ਆਇਆ ਤੇ ਆ ਕੇ ਨਮਸਕਾਰ ਕੀਤੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਉਸ ਨੂੰ ਉਪਦੇਸ਼ ਦੇਣ ਦੇ ਵਾਸਤੇ ਇਹ ਪੱਟੀ ਨਾਮੇ ਗੁਰਬਾਣੀ ਉਚਾਰਨ ਕੀਤੀ ਹੈ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ, ਜਿਸ ਦੇ ਅੱਜ ਵਿਚਾਰ ਪ੍ਰਾਰੰਭ ਹੋਣ ਜਾ ਰਹੀ ਹੈ। ਇਸ ਪਾਂਦੇ ਦੀ ਪ੍ਰਥਾਏ ਇਉਂ ਵੀ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਸਾਧ ਸੰਗਤ ਜੀ ਜਿਵੇਂ ਸਮੇਂ ਦੌਰਾਨ ਵਿਆਹ ਦਾ ਸਮਾਂ ਸੀਗਾ ਤੇ ਲੜਕੀ ਵਾਲਿਆਂ ਦੇ ਕੋਲੋਂ 500 ਰੁਪਈਆ ਇਸ ਨੇ ਲੈ ਲਿਆ ਤੇ ਕਹਿਣ ਲੱਗਾ ਕਿ ਲੜਕਾ ਜਿਹੜਾ ਹੈ ਉਹ ਤਾਂ ਤੁਹਾਡੇ ਨਾਲ ਵਿਆਹ ਕਰਨਗੇ, ਤੁਹਾਡੀ ਲੜਕੀ ਦੇ ਨਾਲ, ਜੇ ਤੁਸੀਂ 500 ਰੁਪਈਆ ਉਹਨਾਂ ਨੂੰ ਦੇਵੋਗੇ। ਉਹ ਲੜਕੇ ਵਾਲਿਆਂ ਦਾ ਨਾਂ ਲੈ ਕੇ ਤੇ 500 ਰੁਪਈਆ ਆਪਣੇ ਪਾਸ ਰੱਖ ਲਿਆ, ਉਧਰ ਵੀ ਦਿੱਤੇ ਨਾ। ਜਦੋਂ ਪਤਾ ਲੱਗਾ ਫਿਰ ਖਿਜੇ ਹੋਏ ਲੋਕ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਸਨ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦੁਆਰਾ ਉਪਦੇਸ਼ ਦੇ ਕਰਕੇ ਸਿੱਧੇ ਰਸਤੇ 'ਤੇ ਪਾਇਆ। ਗਰੀਬ ਨਵਾਜ ਸਤਿਗੁਰੂ ਜੀ ਨੇ ਮਨ ਮੱਤਾਂ ਤੋਂ ਸਦਾ ਹੀ ਸਾਧ ਸੰਗਤ ਜੀ ਸਾਨੂੰ ਵਿਵਰਜਿਤ ਕੀਤਾ ਹੈ ਕਿ ਸਿੱਖ ਕਿਧਰੇ ਵੀ ਭੁੱਲ ਕਰਕੇ ਕੁਰਾਹੇ ਨਾ ਕਿਤੇ ਪੈ ਜਾਵੇ। ਗੁਰਬਾਣੀ ਅੰਦਰ ਮਹਾਰਾਜ ਸਾਹਿਬ ਜੀ ਦੇ ਐਸੇ ਬੇਅੰਤ ਸ਼ਬਦ ਉਚਾਰਨ ਕੀਤੇ ਹੋਏ ਹੈ, ਜਿਨ੍ਹਾਂ ਦੀਆਂ ਉਥਾਨ ਕਾਵਾਂ, ਜਿਨ੍ਹਾਂ ਦਾ ਇਤਿਹਾਸ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦਾ। ਮਹਾਰਾਜ ਜੀ ਨੇ ਉਪਦੇਸ਼ ਇਸ ਢੰਗ ਦੇ ਨਾਲ ਬਖਸ਼ਿਸ਼ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਤੇ ਸਾਡੇ ਸਿੱਖ ਕੁਰਾਹੇ ਪੈ ਕੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕਰਕੇ ਪ੍ਰਮਾਤਮਾ ਤੋਂ ਭੁੱਲ ਨਾ ਜਾਣ। ਇਵੇਂ ਚੌਥੇ ਸਰੂਪ ਦੇ ਅੰਦਰ ਵੀ ਹੋਇਆ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਜੋ ਗਰੀਬ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਸੀ ਨਾ, ਜਿਹਦੀ ਲੜਕੀ ਦਾ ਵਿਆਹ ਸੀ, ਤੇ ਪੰਡਿਤ ਨੇ ਮੌਕੇ 'ਤੇ ਕਹਿ ਦਿੱਤਾ ਕਿ ਮੈਂ ਇੰਨੇ ਪੈਸੇ ਲਵਾਂਗਾ ਤਾਂ ਹੀ ਤੁਹਾਡੀ ਲੜਕੀ ਦਾ ਵਿਆਹ ਕਰਾਂਗਾ। ਤੋ ਖਿਜੇ ਹੋਏ ਰੋਂਦੇ ਕਰਲਾਉਂਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਮਹਾਰਾਜ ਸਾਡੇ ਵੱਸ ਕੁਝ ਨਹੀਂ ਹੈ, ਅਸੀਂ ਕੀ ਕਰੀਏ। ਤੇ ਸਤਿਗੁਰੂ ਜੀ ਨੇ ਫਿਰ ਲਾਵਾਂ ਦਾ ਪਾਠ ਉਚਾਰਨ ਕੀਤਾ ਸੀ ਸੂਹੀ ਰਾਗ ਅੰਦਰ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ। ਇਹ 4 ਲਾਵਾਂ ਦਾ ਪਾਠ ਉਚਾਰਨ ਕਰਕੇ ਤੇ ਸ਼ਬਦ ਦੀਆਂ 4 ਪ੍ਰਕਰਮਾਂ ਕਰਨੀਆਂ। ਇਹ ਗਰੀਬ ਨਵਾਜ ਸਤਿਗੁਰਾਂ ਨੇ ਮਰਜ਼ਾਦਾ ਕਾਇਮ ਕਰ ਦਿੱਤੀ। ਤੇ ਸਾਧ ਸੰਗਤ ਜੀ ਬੜਾ ਸੁਖਾਲਾ ਜੇ ਗੁਰਮਤਿ ਦੇ ਅਨੁਸਾਰ ਅੱਜ ਵੀ ਆਨੰਦ ਕਾਰਜ, ਇਹ ਵਿਆਹ ਕਾਰਜ ਕੀਤੇ ਜਾਣ ਤੇ ਬੜਾ ਸੁਖਾਲਾ ਜੀਵਨ ਬਤੀਤ ਹੁੰਦਾ ਹੈ। ਇੱਕ ਤਾਂ ਸਤਿਗੁਰੂ ਜੀ ਦੀ ਸਾਖਸ਼ਤਾ ਜੀਵਨ ਦੇ ਅੰਦਰ ਆ ਜਾਂਦੀ ਹੈ, ਤੇ ਦੂਜਾ ਸਾਧ ਸੰਗਤ ਜੀ ਫਜ਼ੂਲ ਖਰਚਿਆਂ ਤੋਂ ਵੀ ਬਚਾਅ ਹੋ ਜਾਂਦਾ ਹੈ। ਜੇ ਦੇਖਿਆ ਜਾਵੇ ਨਾ ਸਮੇਂ ਦੇ ਹਾਲਾਤ ਜਿਹੋ ਜਿਹੇ ਚੱਲ ਰਹੇ ਹੈ, ਘਰਾਂ ਦੇ ਵਿੱਚ ਕਿੰਨੀ ਗਰੀਬੀ ਹੋਣ ਦੇ ਬਾਵਜੂਦ ਵੀ ਫਿਰ ਵੀ ਕਿੰਨਾ ਪੈਸਾ ਖਰਚ ਕੀਤਾ ਜਾਂਦਾ ਹੈ ਵਿਆਹਾਂ ਸ਼ਾਦੀਆਂ ਦੇ ਵਾਸਤੇ। ਸਾਧ ਸੰਗਤ ਜੀ ਗਾਉਣ ਵਜਾਉਣ ਵਾਲਿਆਂ ਦਾ ਹੀ ਪਤਾ ਨਹੀਂ ਲੱਗਦਾ, ਬਾਕੀ ਤਾਂ ਬੜੀ ਦੂਰ ਦੀ ਗੱਲ ਹੈ। ਜਿਹੜਾ ਨਾ ਕਰਨੇ ਜੋ ਖਰਚਾ ਉਹ ਵੀ ਸਾਧ ਸੰਗਤ ਜੀ ਬਹੁਤਾਰ ਦੇ ਵਿੱਚ ਵੱਧ ਚੜ੍ਹ ਕਰਕੇ ਕੀਤਾ ਜਾਂਦਾ ਹੈ, ਜਿਹਦਾ ਕੋਈ ਮਤਲਬ ਹੀ ਨਹੀਂ ਹੈ, ਜਿਹੜਾ ਕੋਈ ਯੋਗ ਹੀ ਨਹੀਂ ਹੈ, ਉਹ ਅਯੋਗ ਹੀ ਫਜ਼ੂਲ ਹੀ ਖਰਚਾ ਕੀਤਾ ਜਾਂਦਾ ਹੈ। ਜਿਸ ਕਰਕੇ ਬਾਅਦ ਵਿੱਚ ਭਾਵੇਂ ਬੜਾ ਪਛਤਾਤਾਪ ਕਰਨਾ ਪੈਂਦਾ ਹੈ। ਕਈ ਤਾਂ ਸਾਧ ਸੰਗਤ ਜੀ ਆਪਣੀਆਂ ਜ਼ਮੀਨਾਂ ਵੀ ਦਾਅ 'ਤੇ ਲਾ ਕਰਕੇ ਤੇ ਬਹੁਤਾ ਪੈਸਾ ਖਰਚ ਕਰਕੇ ਵਿਆਹ ਸ਼ਾਦੀਆਂ ਕਰਦੇ ਆ। ਘਰ ਦੇ ਵਿੱਚ ਭਾਵੇਂ ਅੱਤ ਦੀ ਗਰੀਬੀ ਹੋਵੇ,
पर कहना कि मेरे गवांढी ने जे इन्ने लख लाए है तो मैं उहदे नालों 4 वध ही लावांगा। पता किदां लगू लोकां नूं कि इन्हें विआह कीता है अपनी धी दे जां फिर अपने पुत दा विआह कीता है, लोकां नूं पता किवें लगेगा? जे मैं इन्ने लख ना लाए, इन्ना पैसा बहुता पैसा ना खर्चे तो लोकां नूं पता ही नहीं लगना, मेरी तो बल्ले बल्ले नहीं होनी। इत्यादि कई तरह दियां विचारां अधीन हो करके साध संगत जी बहुता फजूल ही खर्चा किया जाता, जिहदा कोई मतलब भी नहीं हुंदा। ते जो गुरमत अनुसार गुरु घर की रिवायत है, गुरु घर की मर्यादा सतगुरु जी ने सानू बख्शी है, जे गुरमत अनुसार किया जाए तो साध संगत जी फजूल खर्चियां तो भी बचाव हो जाता है। महाराज सच्चे पातशाह जी दियां भी खुशियां प्राप्त हो जांदियां ने, ते जेड़ा मनमत्तां करनियां ने फजूल खर्चा भी करना ते सतगुरु जी तो बेमुख हो जाना। मनमत्तां करदे होए फिर शब्द भी रागी ਸਿੰਘਾਂ ਨੂੰ कह के पढ़ाउणा कि लख खुशियां पातशाहियां जे सतगुर नदर करे। ये शब्द पढ़ो खालसा जी, ये रागी ਸਿੰਘਾਂ ਨੂੰ आप भी कह करके शब्द पढ़ाया जाता है। पर जे सतगुरु की बख्शिश होवेगी तां ही खुशियां प्राप्त करेगा ना। शब्द तो पढ़ा दे है, पर जे महाराज सच्चे पातशाह जी दी खुशियां प्राप्त कीतियां ही ना, सतगुरु जी तो बेमुख ही हो गया है, महाराज जी वालों अपना मुख ही मोड़ लिया, मन मत्ता कर लिया, तो फिर महाराज साहब जी दी खुशियां थोड़ा प्राप्त हो सकदियां ने। ना करने योग भी साध संगत जी लच्चरपना विआह शादियां में कीता जाता है। गाउणा वजाउणा पता नहीं लगता किन्ना साध संगत जी की कुछ किया जाता है। फिर ना खाने योग पदार्थ भी साध संगत जी खाण दे वास्ते विआह शादियां में पा दिते जाते हैं। की कुछ किन्नियां मन मत्तां कीतियां जांदियां, ते फिर सतगुरु जी दी असीं खुशियां भालदे हां, ये नामुमकिन है। महाराज साहब जी दी खुशियां तां ही प्राप्त हो सकदियां जे सतगुरु जी दा बचन मनदे हां, मन बाणी शरीर करके महाराज साहब जी की सन्मुख हो करके रहते हाँ। जे पहला ही महाराज जी तो बेमुख हो गए, सतगुरु जी वालों मुख मोड़ लिया, मन मत्तां करनियां शुरू कर दित्तियां, तो फिर किवें महाराज सच्चे पातशाह जी साडे ते प्रसन्न हो सकते हैं? जे साध संगत जी ये शराबां आदिक मीट आदिक इन्हां दा सेवन करने करके ही सतगुरां दी खुशियां प्राप्त होणियां हुंदियां। विचारण वाली गल है, इतिहास जिक्र करदा फिर लाहौर दे भी जाके महाराज लाहौरिया नूं श्राप ना कदे भी दे करके आउंदे। जगत बाबा जी धन गुरु नानक देव साहिब सच्चे पातशाह महाराज हजूर जदों गए उत्थे गऊ वध कीता जांदा सी, गऊ दीआं हत्यावां कीतीआं जांदियां, ते महाराज सच्चे पातशाह ने तां लाहौरिया नूं श्राप दिता सी, लाहौर शहर जहर कहर सवा पहर, गुरबाणी का बचन है। उत्थे साध संगत जी ऐसा महाराज जी का वदों जिहड़ा बचन होया श्राप का, सवा पैर उत्थे आपो विच लड़ के कट के एक दूजे नूं कटदे वढ़दे सन, मारदे सन। हर रोज़ नित उत्थे झगड़ा फसाद पिया ही रहिंदा सी। किथे गऊ हत्या की जा रही है, निर्बुद्ध जीवां नूं मारिया जा रहा है, तो जे इन्हां दे नाल खुशियां मिलदियां हुंदियां ते सतगुरु जी उन्हां नूं शराब क्यों दे करके आउंदे? ये जिहड़ा साडे पुरखियां दा इतिहास है, स्रोत है, ये जीवन दे साध संगत जी सानूं जीवन दी जाच सिखाउंदा है। बहुत कुछ सीखण दे वास्ते मिलदा है, पर जे सिख ने सीखना होवे तां ही मिल सकदा है। जे सुन करके अणसुणिया कर देवे फिर कुछ भी सीख नहीं सकता। महाराज सच्चे पातशाह सतगुरु जी सानू समत बख्शिश करन। सत संगत जी जिहड़ी गुरु घर की रिवायत है वह सानू जिंदगी में धारण करनी चाहिए है। महाराज धन सतगुरु श्री गुरु अमरदास साहिब सच्चे पातशाह जी हजूर जिमें वो पांदे दी ताई उपदेश दे करके सानू भी नाल समझा रहे हैं। प्यार दे नाल गुरु चरणों में बैठ के सरवण करके लाहे प्राप्त करिए। विचार की प्रारंभता तो पहला जरूरी है मन नूं एकाग्र करना। सरबत संगत असीस बख्शिश करो। धन श्री गुरु ग्रंथ साहिब महाराज जी नूं सीस झुका के
ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਤੀਜਾ। ਪੱਟੀ। ਆਸਾ ਰਾਗ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪੱਟੀ ਨਾਮੇ ਸਿਰਲੇਖ ਹੇਠ ਸਤਿਗੁਰੂ ਜੀ ਬਾਣੀ ਉਚਾਰਨ ਕਰਦੇ ਹਨ। ਇੱਕ ਓੰਕਾਰ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਸਰੂਪ ਹੈ ਜੋ ਕਾਲ ਤੋਂ ਰਹਿਤ ਪਰਮਾਤਮਾ ਦਾ ਸਵਰੂਪ ਹੈ, ਜੋ ਸਭ ਜੀਵਾਂ ਦੇ ਅੰਦਰ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ। ਸਤ ਸਦਾ ਰਹਿਣ ਵਾਲਾ ਹੈ, ਤਿੰਨਾਂ ਸਮਿਆਂ ਦੇ ਅੰਦਰ ਸੱਚਾ ਹੈ। ਸ੍ਰਿਸ਼ਟੀ ਦੇ ਬਣਤੇ ਤੋਂ ਪਹਿਲਾਂ ਦੇ ਵੀ ਪਰਮਾਤਮਾ ਸੱਚਾ ਸੀ, ਹੁਣ ਵੀ ਹੈ ਅਤੇ ਭਵਿੱਖਤ ਕਾਲ ਦੇ ਵਿੱਚ ਵੀ ਪਰਮਾਤਮਾ ਸਤ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤ ਗੁਰ ਗੁਰ ਚੇਤਨ ਸਰੂਪ ਹੈ। ਸੰਸਾਰ ਭਰ ਦੇ ਜੀਵ ਆਪੋ ਵੀ ਚੇਤਨਤਾ ਨਹੀਂ ਪ੍ਰਾਪਤ ਕਰ ਸਕਦੇ। ਪਰਮਾਤਮਾ ਦੀ ਜੋਤ ਤੋਂ ਬਿਨਾਂ ਕਿਸੇ ਜੀਵ ਦੇ ਅੰਦਰ ਚੇਤਨਤਾ ਆ ਹੀ ਨਹੀਂ ਸਕਦੀ। ਜਿਵੇਂ ਸਰੀਰ ਹੈ ਨਾ, ਇਹਦੇ ਅੰਦਰ ਚੇਤਨਤਾ ਵਰਤ ਰਹੀ ਪਰਮਾਤਮਾ ਦੀ ਸ਼ਕਤੀ। ਵਾਹਿਗੁਰੂ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੀ ਪਰਮਾਤਮਾ ਦੀ ਚੇਤਨਤਾ ਹੈ। ਜਦੋਂ ਪਰਮਾਤਮਾ ਆਪਣੀ ਜੋਤ ਸਰੀਰ ਦੇ ਅੰਦਰੋਂ ਕੱਢ ਲੈਂਦਾ ਹੈ, ਫਿਰ ਸਰੀਰ ਮਿੱਟੀ ਰਹਿ ਜਾਂਦਾ ਹੈ। ਫਿਰ ਨਾ ਤਾਂ ਬੋਲ ਸਕਦਾ ਹੈ, ਨਾ ਕੋਈ ਗੱਲਬਾਤ ਕਰ ਸਕਦਾ, ਨਾ ਤੁਰ ਫਿਰ ਸਕਦਾ, ਕੁਝ ਵੀ ਕਰਦਾ। ਮਿੱਟੀ ਤੋਂ ਬਣਿਆ, ਫਿਰ ਉਹ ਮਿੱਟੀ ਦਾ ਰੂਪ ਹੀ ਹੋ ਜਾਂਦਾ ਹੈ। ਐਸਾ ਜੋ ਗੁਰ ਚੇਤਨ ਸਰੂਪ ਹੈ ਪਰਮਾਤਮਾ ਦਾ, ਪ੍ਰਸਾਦ ਸਦਾ ਇੱਕ ਰਸ ਰਹਿਣ ਵਾਲਾ ਹੈ। ਨਾ ਘਰ ਦਾ ਵੱਧਦਾ ਹੈ, ਨਾ ਸਾਧ ਸੰਗਤ ਜੀ ਰਜੋ ਗੁਣੀ ਹੈ, ਨਾ ਤਮੋ ਗੁਣੀ ਹੈ, ਨਾ ਸਤੋ ਗੁਣੀ ਸੁਭਾਅ ਦਾ ਹੈ। ਇੱਕ ਸਾਰ ਰਹਿਣ ਵਾਲਾ ਜੋ ਇੱਕ ਰਸ ਆਨੰਦ ਸਰੂਪ ਪਰਮੇਸ਼ਰ ਦਾ ਹੈ। ਮਹਾਰਾਜ ਕਹਿੰਦੇ ਉਸ ਓੰਕਾਰ ਦੀ ਅਦੁੱਤੀ ਸ਼ਕਤੀ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ। ਆਇਓ ਅੰਗੈ ਸਭ ਜਗ ਆਇਆ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਹੈ, ਜੋ ਆਇਆ ਹੋਇਆ ਅੰਗੈ ਸਭ ਸੰਸਾਰ ਦੇ ਜੀਵਾਂ ਰੂਪ ਹਿਰਦਿਆਂ ਦੇ ਅੰਦਰ ਜਿੰਨੇ ਵੀ ਸੰਸਾਰ ਭਰ ਦੇ ਜੀਵ ਹਨ, ਭਾਵੇਂ ਸੂਖਸ਼ਮ ਆਕਾਰ ਦੇ, ਭਾਵੇਂ ਸਥੂਲ ਆਕਾਰਾਂ ਦੇ ਹਨ, ਕੀੜੀ ਤੋਂ ਲੈ ਕਰਕੇ ਹਾਥੀ ਤੱਕ, ਫਿਰ ਨਾ ਦਿਸਣ ਵਾਲੇ ਜਿਹੜੇ ਇੰਨੇ ਸੂਖਸ਼ਮ ਸੰਸਾਰ ਦੇ ਜੀਵ ਹਨ, ਤਿਨਾਂ ਵਿੱਚ ਵੀ ਉਹ ਪ੍ਰਮਾਤਮਾ ਜੋਤ ਰੂਪ ਹੋ ਕਰਕੇ ਆਇਆ ਹੈ। ਤੇ ਵੱਡੇ ਵੱਡੇ ਆਕਾਰਾਂ ਦੇ ਜਿਨ੍ਹਾਂ ਨੂੰ ਤੋਲਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ, ਕਿੰਨੇ ਕਿੰਨੇ ਉਹਨਾਂ ਦੇ ਸਰੀਰਾਂ ਦੇ ਆਕਾਰ ਵੱਡੇ ਹਨ। ਹਜੂਰ ਕਹਿੰਦੇ ਤਿਨਾਂ ਦੇ ਵਿੱਚ ਵੀ ਉਹ ਪਰਮਾਤਮਾ ਆਇਆ ਹੋਇਆ ਹੈ। ਆਇਓ ਅੰਗੈ ਸਭ ਜਗ ਆਇਆ। ਸਾਰੇ ਜਗਤ ਦੇ ਅੰਦਰ ਕਹਿ ਲਈਏ ਕਿ ਉਹ ਪਰਮਾਤਮਾ ਸਰਬ ਵਿਆਪਕ ਹੈ। ਜਿੰਨੇ ਵੀ ਤਮਾਮ ਸੰਸਾਰ ਭਰ ਦੇ ਜੀਵ ਜੰਤੂ ਪੈਦਾ ਕੀਤੇ ਹੈ, ਤਿਨਾਂ ਦੇ ਵਿੱਚ ਉਹ ਪਰਮੇਸ਼ਰ ਆਪ ਹੀ ਜੋਤ ਰੂਪ ਹੋ ਕਰਕੇ ਆਇਆ ਹੈ। ਹਜੂਰ ਕਹਿੰਦੇ ਹਨ ਕਾਖ ਹੈ, ਘੰਗੈ, ਕਾਲ ਭਇਆ। ਘੱਗੇ ਤੇ ਗੰਗੇ ਅੱਖਰ ਦੁਆਰਾ, ਫਿਰ ਕੱਕੇ ਤੇ ਖੱਖੀ ਅੱਖਰ ਦੁਆਰਾ ਜੋੜ ਜੋੜ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਅੱਖਰਾਂ ਦੇ ਦੁਆਰਾ ਉਪਦੇਸ਼ ਦੇ ਰਹੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਜਿਹੜੇ ਸੰਸਾਰ ਦੇ ਜੀਵ ਆ ਨਾ, ਖੈ ਹੋ ਜਾਣ ਵਾਲੇ ਕਾ ਤੇ ਖੈ, ਭਾਵ ਜਿੰਨੇ ਵੀ ਸੰਸਾਰ ਦੇ ਜੀਵ ਹੈ ਨਾ, ਉਹ ਕਾਲ ਦੇ ਲਪੇਟ ਵਿੱਚ ਆ ਜਾਣ ਵਾਲੇ ਹੈ। ਕਾਖ ਹੈ, ਘੰਗੈ, ਕਾਲ ਭਇਆ। ਹਰ ਇੱਕ ਜੀਵ ਦੇ ਸਿਰ ਦੇ ਉੱਪਰ ਕਾਲ ਮੰਡਰਾਉਂਦਾ ਪਿਆ ਹੈ, ਹਰ ਇੱਕ ਜੀਵ ਦੇ ਸਿਰ ਦੇ ਉੱਪਰ। ਜਿਵੇਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਹਨ ਕਿ ਹੇ ਪ੍ਰਾਣਾ ਧਾਰੀ ਜੀਵ, ਜਿੰਨੇ ਵੀ ਸੰਸਾਰ ਦੇ ਅੰਦਰ ਦੇਵੀ ਸ਼ਕਤੀਆਂ ਭਾਵੇਂ ਨਜ਼ਰ ਆ ਰਹੀਆਂ, ਜੀਵ ਜੰਤੂ ਦਿਸ ਰਹੇ ਨੇ, ਜਲ ਕਹਾ, ਥਲ ਕਹਾ, ਗगन के गौन कहा, काल के बनाहे सब काल ही चबाहेंगे। ਸਭ ਨੂੰ ਕਾਲ ਚੱਬ ਜਾਣ ਵਾਲਾ ਹੈ, ਕਾਲ ਆਪਣੀ ਲਪੇਟ ਦੇ ਵਿੱਚ ਲੈ ਜਾਣ ਵਾਲਾ ਹੈ। ਜਿੰਨੇ ਪੈਦਾ ਕੀਤੇ ਹੋਏ ਸੰਸਾਰ ਦੇ ਜੀਵ ਜੰਤੂ ਹਨ, ਗਰੀਬ ਨਵਾਜ
ਸਤਿਗੁਰੂ ਜੀ ਕਹਿੰਦੇ ਹਨ, ਕਾਖੈ ਕੰਗੈ ਕਾਲ ਭਇਆ। ਇਹ ਜਾਣੋ ਕਿ ਕਾਲ ਸਭ ਦੇ ਸਿਰ ਤੇ ਆਉਣ ਵਾਲਾ ਹੈ। ਐਸਾ ਬਲ ਵਾਲਾ ਇਹ ਕਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ ਹੈ ਕਿ ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਿਡਾਨੀ ਰੇ। ਕੋਈ ਰਾਜਾ ਹੋਵੇ ਪਰਜਾ ਹੋਵੇ, ਕਾਲ ਸਭ ਨੂੰ ਸਮਾਨ ਜਾਣ ਕਰਕੇ ਮਾਰਦਾ ਹੈ। ਇਸ ਲਈ ਮਹਾਰਾਜ ਕਹਿੰਦੇ, ਗੁਰਸਿੱਖੋ, ਇਹ ਕਾਲ ਸਭ ਦੇ ਸਿਰ ਤੇ ਖੜਾ ਹੋਇਆ ਹੈ। ਜਿਸ ਕਾਲ ਕਰਕੇ ਮਹਾਰਾਜ ਕਹਿੰਦੇ ਜੀਵਾਂ ਦੇ ਬਾਰ-ਬਾਰ ਲੈਤਾ ਔਰ ਪੁਨਰ ਸੰਸਾਰ ਦੇ ਅੰਦਰ ਜਨਮ ਹੋ ਰਿਹਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਬਖਸ਼ਿਸ਼ ਕਰ ਰਹੇ ਹਨ, ਜੋ ਰੇ ਰੀ ਇਹਨਾਂ ਮਾਤਰਾਵਾਂ ਦੇ ਦੁਆਰਾ ਵੀ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ। ਫਿਰ ਲਰੇ ਅਤੇ ਲਰੀ ਹਜੂਰ ਕਹਿੰਦੇ ਹਨ ਪਾਪ ਕਮਾਣੇ। ਇਹ ਸੰਸਾਰ ਦੀ ਜੀਵ ਜਿਹੜੇ ਪਾਪ ਕਰ ਰਹੇ ਹਨ, ਪਾਪ ਕਰਮ ਕਮਾ ਰਹੇ ਹਨ। ਔਗਣਾ ਪੜੀ ਵਿਦਿਆ ਪੜ ਕਰਕੇ ਤਿੰਨਾਂ ਨੂੰ ਗੁਣਾਂ ਵਾਲੀ ਵਿਦਿਆ ਵਿਸਰਦੀ ਜਾ ਰਹੀ ਹੈ। ਇੱਕ ਔਗਣਾ ਵਾਲੀ ਵਿਦਿਆ ਤੇ ਦੂਜੀ ਗੁਣਵਾਨ ਬਣਾਉਣ ਵਾਲੀ ਮਨੁੱਖ ਨੂੰ ਵਿਦਿਆ ਹੁੰਦੀ ਹੈ। ਇੱਕ ਵਿਦਿਆ ਉਹ ਹੈ ਜਿਹੜੀ ਮਨੁੱਖ ਨੂੰ ਔਗਣਹਾਰਾ ਬਣਾ ਦਿੰਦੀ ਹੈ। ਦੂਜੀ ਵਿਦਿਆ ਉਹ ਹੈ ਜਿਹੜੀ ਗੁਣਵਾਨ ਬਣਾਉਂਦੀ ਹੈ। ਵਿਦਿਆ ਬੇਅੰਤ ਪ੍ਰਕਾਰ ਦੀਆਂ ਨੇ ਸੰਸਾਰ ਦੇ ਅੰਦਰ। ਪ੍ਰਮੁੱਖ ਦੋ ਤਰ੍ਹਾਂ ਦੀ ਵਿਦਿਆ ਕਹੀ ਜਾਂਦੀ ਹੈ, ਵਿਵਹਾਰਿਕ ਔਰ ਦੂਜੀ ਜਿਹੜੀ ਪਰਮਾਰਥ ਦੇ ਚੱਲਣ ਦੀ ਬ੍ਰਹਮ ਵਿਦਿਆ ਜਿਸ ਨੂੰ ਕਿਹਾ ਜਾਂਦਾ ਹੈ। ਇੱਕ ਦੁਨਿਆਵੀ ਵਿਦਿਆ ਤੇ ਦੂਜੀ ਬ੍ਰਹਮ ਵਿਦਿਆ। ਦੁਨਿਆਵੀ ਵਿਦਿਆ ਸੰਸਾਰ ਦੇ ਵੱਖ-ਵੱਖ ਤਰ੍ਹਾਂ ਦੇ ਅਦਾਰਿਆਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਬ੍ਰਹਮ ਵਿਦਿਆ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਮਿਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚੋਂ ਬ੍ਰਹਮ ਵਿਦਿਆ ਪ੍ਰਾਪਤ ਕੀਤੀ ਜਾਂਦੀ ਹੈ। ਤੇ ਹਜੂਰ ਨੇ ਉਚਾਰਨ ਕੀਤਾ ਹੈ, ਪੜ ਅਵਗਣ ਗੁਣ ਵਿਸਰਿਆ। ਜਿਨ੍ਹਾਂ ਨੇ ਔਗਣ ਭਰੀ ਵਿਦਿਆ ਪੜ੍ਹੀ ਹੈ ਨਾ, ਹੰਕਾਰ ਦੀ ਵਿਦਿਆ ਪੜ੍ਹ ਲਈ, ਮਹਾਰਾਜ ਕਹਿੰਦੇ ਤਿੰਨਾਂ ਨੂੰ ਗੁਣਾਂ ਵਾਲੀ ਜਿਹੜੀ ਬੁੱਧੀ ਸੀ ਨਾ ਵਿਸਰ ਜਾਣਾ ਕੀਤੀ ਹੈ, ਅਥਵਾ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਵਿਸਰ ਗਿਆ। ਜਿਨ੍ਹਾਂ ਨੇ ਹੰਕਾਰ ਦੀ ਵਿਦਿਆ ਪੜ੍ਹ ਕਰਕੇ ਕੇਵਲ ਹੰਕਾਰ ਹੀ ਕਮਾਇਆ। ਜੋ ਕੁਝ ਵੀ ਸੰਸਾਰ ਦੇ ਅੰਦਰ ਵਿਦਿਆ ਪੜ੍ਹੀ ਹੈ, ਉਹ ਵਿਦਿਆ ਪੜ੍ਹ ਕਰਕੇ ਮਨ ਦੇ ਅੰਦਰ ਹੰਕਾਰ ਹੀ ਪੈਦਾ ਕੀਤਾ। ਵਿਦਿਆ ਪੜ੍ਹ ਕੇ ਹੰਕਾਰ ਨੂੰ ਹੀ ਹਰ ਸਮੇਂ ਜਨਮ ਦਿੱਤਾ। ਇਸ ਕਰਕੇ ਮਹਾਰਾਜ ਕਹਿੰਦੇ ਗੁਣਵਾਨ ਅਕਾਲ ਪੁਰਖ ਪਰਮਾਤਮਾ ਨੇ ਵਿਸਰ ਜਾਣਾ ਕੀਤਾ ਹੈ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਹਨ, ਪੜ੍ਹ ਅਵਗਣ ਗੁਣ ਵਿਸਰਿਆ। ਸਾਧ ਸੰਗਤ ਜੀ, ਜਿਹੜਾ ਮਨੁੱਖ ਔਗਣਾਂ ਨੂੰ ਧਾਰਨ ਕਰਦਾ ਹੈ, ਗਰੀਬ ਨਵਾਜ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਜਿਹੜੀ ਗੁਣਵਾਨ ਬੁੱਧੀ ਹੈ ਨਾ, ਉਹ ਵੀ ਮਨੁੱਖ ਦੀ ਚਲੀ ਜਾਂਦੀ, ਉਹਨੂੰ ਭੁੱਲ ਜਾਂਦੀ ਹੈ। ਪਹਿਲਾਂ ਭਾਵੇਂ ਗੁਣਵਾਨ ਹੋਵੇ, ਚੰਗਾ ਬੁੱਧੀਵਾਨ ਮਨੁੱਖ ਹੋਵੇ, ਪਰ ਜਦੋਂ ਔਗਣਾਂ ਨੂੰ ਗ੍ਰਹਿਣ ਕਰਨ ਲੱਗ ਪੈਂਦਾ ਹੈ, ਜ਼ਿੰਦਗੀ ਵਿੱਚ ਔਗਣਾਂ ਦੀ ਕਮਾਈ ਕਰਨ ਲੱਗ ਪੈਂਦਾ, ਔਗਣ ਧਾਰਨ ਕਰਨੇ ਸ਼ੁਰੂ ਕਰ ਦਿੰਦਾ ਹੈ। ਜਿਵੇਂ ਜਿਵੇਂ ਔਗਣ ਆਪਣੇ ਅੰਦਰ ਧਾਰਨ ਕਰਦਾ ਹੈ, ਤਿਵੇਂ ਜਿਹੜੀ ਚੰਗੀ ਬੁੱਧੀ ਹੁੰਦੀ, ਚੰਗੀ ਅਕਲ ਹੁੰਦੀ ਮਨੁੱਖ ਦੀ, ਉਹ ਜਾਈ ਜਾਂਦੀ, ਅਭਾਵ ਹੋਈ ਜਾਂਦੀ ਹੈ। ਬਹੁਤੇ ਔਗਣ ਹੋਣੇ ਕਰਕੇ, ਜਿਵੇਂ ਸਿਆਣੇ ਕਹਿ ਦਿੰਦੇ ਕਿ ਬੰਦੇ ਦੀ ਮੱਤ ਮਾਰੀ ਗਈ ਹੈ, ਉਹ ਔਗਣਾਂ ਦੇ ਕਰਕੇ ਹੁੰਦਾ। ਔਗਣਾਂ ਨੂੰ ਧਾਰਨ ਕਰੀ ਜਾਂਦਾ ਹੈ ਤੇ ਮਨੁੱਖ ਦੀ ਜਿਹੜੀ ਚੰਗੀ ਅਕਲ ਹੁੰਦੀ ਹੈ, ਚੰਗੀ ਗਿਆਤ ਹੁੰਦੀ ਹੈ, ਚੰਗਾ ਮਨੁੱਖ ਦੇ ਕੋਲ ਸਾਧ ਸੰਗਤ ਦੀ ਜਿਹੜੀ ਸੋਚ ਹੁੰਦੀ, ਫਿਰ ਚਲੀ ਜਾਂਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਆਖ ਰਹੇ ਹੈ, ਪੜ ਅਵਗਣ ਗੁਣ ਵਿਸਰਿਆ। ਮਨੁੱਖ ਨੂੰ ਫਿਰ ਆਪਣੇ ਗੁਣ ਚੇਤੇ ਭੁੱਲ ਜਾਂਦੇ ਹੈ ਕਿ ਪ੍ਰਮਾਤਮਾ ਨੇ ਮੈਨੂੰ ਕਿੰਨੇ ਸ਼ੁਭ ਗੁਣ ਬਖਸ਼ੇ ਹੈ। ਹਜੂਰ ਕਹਿੰਦੇ ਹਨ, ਇੱਦਾਂ ਦੇ ਔਗਣਾਂ ਦੀ ਹੰਕਾਰ ਦੀ ਵਿਦਿਆ ਪੜ੍ਹਨੇ ਦਾ ਫਿਰ ਮਨੁੱਖ ਦਾ ਹਾਲਤ ਹੋ ਜਾਂਦੀ ਹੈ। ਜ਼ਿੰਦਗੀ ਇੱਦਾਂ ਦੀ ਬਣ ਜਾਂਦੀ ਹੈ ਕਿ ਉਹਨੂੰ ਫਿਰ ਜਿਹੜੀ ਸਵੈ ਸਰੂਪ ਦੀ ਪਹਿਚਾਣ ਕਰਨੀ ਵੀ ਭੁੱਲ ਜਾਂਦੀ ਹੈ, ਔਗਣਾਂ ਦਾ ਬੱਝਾ ਹੋਇਆ। ਔਰ ਇਸੇ ਪ੍ਰਕਾਰ ਅੰਤਰੀ ਭਾਵ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਆ। ਫਿਰ ਇਹੀ ਪੰਕਤੀ ਪੜੋ ਜੀ। ਹਰੀ ਨਾਮ ਸਖੀ ਦਾ ਹੈ ਤੇ ਦੂਜਾ ਰੀ ਨਾਮ ਇੰਦਰੀਆਂ ਦਾ। ਰੀ ਹੈ ਇੰਦਰੀਆਂ ਰੂਪ ਸਖੀਓ, ਜਿਹੜੇ ਸੰਸਾਰ ਦੇ ਅੰਦਰ ਪਾਪ ਕਰਮ ਕੀਤੇ ਹੈ, ਤੁਸਾਂ ਨੇ ਪਾਪ ਕਰਮ ਕਮਾਏ ਹਨ।
ਜਿਹੜੇ ਔਗਣਾਂ ਨੂੰ ਪੜ੍ਹਨਾ ਕੀਤਾ ਹੈ ਨਾ, ਪਾਪ ਕਰਮ ਕਰ ਕਰਕੇ ਕਿ ਜੇ ਇਹਨਾਂ ਕਰਕੇ ਗੁਣ ਤੁਹਾਨੂੰ ਵਿਸਰ ਜਾਣਾ ਕੀਤੇ ਹੈ। ਗੁਣਵਾਨ ਪ੍ਰਮਾਤਮਾ ਚੇਤੇ ਨਹੀਂ ਆਉਂਦਾ, ਉਸ ਪਰਮੇਸ਼ਰ ਨੂੰ ਨਾ ਕਦੇ ਦੇਖਣ ਦਾ, ਨਾ ਕਦੇ ਯਾਦ ਕਰਨੇ ਦਾ, ਨਾ ਕਦੇ ਜਸ ਕਰਨਾ ਤੋਂ ਸਰਵਣ ਕਰਨੇ ਦਾ, ਨਾ ਕਦੇ ਜਸ ਉਚਾਰਨ ਕਰਨੇ ਦਾ ਮਨ ਵਿੱਚ ਵਿਚਾਰ ਆਇਆ ਹੈ। ਗੁਣ ਵਿਸਰਿਆ ਕਿਉਂਕਿ ਇਹ ਇੰਦਰੀय ਰੂਪ ਸਖੀਓ ਤੁਸੀਂ ਔਗਣਾਂ ਨੂੰ ਧਾਰਨ ਕਰ ਲਿਆ। ਪਰਮਾਤਮਾ ਨੂੰ ਕਦੇ ਯਾਦ ਹੀ ਨਹੀਂ ਕਰਨਾ ਕੀਤਾ, ਰੱਬ ਨੂੰ ਕਦੇ ਵੀ ਚੇਤੇ ਨਹੀਂ ਕੀਤਾ। ਮਨ ਐਸਾ ਲੇਖਾ ਤੂੰ ਕੀ ਪੜਿਆ। ਹੇ ਮਨਾ, ਤੂੰ ਇਹ ਕਿੱਦਾਂ ਦਾ ਲੇਖਾ ਪੜ੍ਹਿਆ ਹੈ ਜ਼ਿੰਦਗੀ ਅੰਦਰ, ਕਿੱਦਾਂ ਦੀਆਂ ਲਿਖਤਾਂ ਨੂੰ ਪੜ੍ਹਿਆ ਹੈ, ਕਿਹੋ ਜਿਹੀ ਪੜ੍ਹਾਈ ਤੋਂ ਪੜ੍ਹਿਆ ਹੈ। ਮਹਾਰਾਜ 5 ਦਿਨ ਤੋਂ ਉਪਦੇਸ਼ ਦੇ ਰਹੇ ਹੈ, ਪਰ ਸਤਿਗੁਰੂ ਜੀ ਆਪਣੇ ਮਨ ਦੇ ਤਾਈਂ ਲੈ ਕਰਕੇ ਇਹ ਸਤ ਸੰਗਤ ਜੀ ਉੱਤਮ ਭਗਤੀ ਦੀ ਨਿਸ਼ਾਨੀ ਹੈ। ਜਿਹੜਾ ਕਿਉਂਕਿ ਇੱਕ ਉੱਤਮ ਭਗਤਾ ਹੁੰਦਾ, ਇੱਕ ਮੱਧਮ ਤੇ ਇੱਕ ਕਨਿਸ਼ਟ ਭਗਤਾ ਹੁੰਦਾ ਹੈ। ਇਹ ਵੱਖੋ ਵੱਖਰੇ ਸੰਸਾਰ ਦੇ ਅੰਦਰ ਭਗਤਿਆਂ ਦੀਆਂ ਵੀ ਵੰਨਗੀਆਂ ਹੁੰਦੀਆਂ ਨੇ, ਤੇ ਹਜੂਰ ਉੱਤਮ ਭਗਤੇ ਨਿਸ਼ਾਨੀ ਹੈ ਸਤਿਗੁਰੂ ਜੀ ਦੀ। ਉੱਤਮ ਭਗਤਾ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸੰਬੋਧਨ ਕਰਦਾ, ਦੂਜਿਆਂ ਨੂੰ ਬਾਅਦ ਵਿੱਚ ਉਪਦੇਸ਼ ਦਿੰਦਾ ਹੈ। ਤੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਨੇ, ਮਨ ਐਸਾ ਲੇਖਾ ਤੂੰ ਕੀ ਪੜ੍ਹਿਆ। ਹੇ ਮਨਾ, ਹੇ ਪਾਂਧਾ ਜੀ, ਹੈ ਗੁਰਸਿੱਖੋ, ਕਿਹੜਾ ਤੁਸਾਂ ਨੇ ਲੇਖਾ ਪੜ੍ਹਨਾ ਕੀਤਾ, ਕਿਹੜੀ ਲਿਖਤ ਨੂੰ ਪੜ੍ਹਿਆ, ਕਿਹੜੀ ਵਿਦਿਆ ਤੁਸਾਂ ਨੇ ਪੜ੍ਹ ਲਈ ਹੈ। ਲੇਖਾ ਦੇਣਾ ਤੇਰਾ ਸਿਰ ਰਹਿਆ। ਹੇ ਮਨਾ, ਸੰਸਾਰ ਦੇ ਕਿੱਦਾਂ ਦੀ ਲਿਖਤਾਂ ਨੂੰ ਪੜ੍ਹ ਲਿਆ, ਕਿਹੋ ਜਿਹੀ ਵਿਦਿਆ ਤੂੰ ਪੜ੍ਹ ਲਈ ਹੈ। ਕਿਉਂਕਿ ਕਰਮਾਂ ਦਾ ਜਿਹੜਾ ਹਿਸਾਬ ਕਿਤਾਬ, ਜਿਹੜੇ ਤੇਰੇ ਕਰਮਾਂ ਦੀ ਲਿਖੀ ਹੋਈ ਲਿਖਤ ਹੈ ਨਾ, ਪਰਮਾਤਮਾ ਦੇ ਘਰ ਦੇ ਵਿੱਚ ਉਹਦਾ ਤੈਨੂੰ ਲੇਖਾ ਦੇਣਾ ਪੈਣਾ। ਲੇਖਾ ਦੇਣਾ ਤੇਰਾ ਸਿਰ ਪੜਿਆ, ਜਿਹੜਾ ਕਰਮਾਂ ਦਾ ਹਿਸਾਬ ਕਿਤਾਬ ਉਹ ਤਾਂ ਤੇਰੇ ਸਿਰ ਪਿਆ ਹੋਇਆ। ਤੂੰ ਕਾਹਦੀਆਂ ਸੰਸਾਰ ਦੀਆਂ ਵਿਦਿਆ ਨੂੰ ਪੜ੍ਹ ਰਿਹਾ ਹੈ, ਕਾਹਦੀ ਸੰਸਾਰ ਦੀਆਂ ਕਿਹੋ ਜਿਹੀਆਂ ਲਿਖਤਾਂ ਨੂੰ ਪੜ੍ਹਦਾ ਪਿਆ। ਤੇਰਾ ਕਰਮਾਂ ਦਾ ਹਿਸਾਬ ਕਿਤਾਬ ਤਾਂ ਨਿਬੜਿਆ ਹੀ ਨਾ। ਇਹ ਸੰਸਾਰ ਦੀ ਐਸੇ ਜਿਹੜੇ ਤੂੰ ਕਰਮ ਕੀਤੇ, ਬੰਧਨਾ ਭਰੇ, ਹੰਕਾਰ ਭਰੇ, ਔਗਣਾ ਭਰੇ, ਜਿਹੜੀ ਤੂੰ ਵਿਦਿਆ ਨੂੰ ਪੜ੍ਹਦਾ ਰਿਹਾ, ਇਹਨਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਤੇਰੇ ਕਰਮਾਂ ਦਾ ਜਿਹੜਾ ਲੇਖਾ ਸੀ ਨਿਬੜਿਆ ਨਹੀਂ ਹੈ, ਉਹ ਤੇਰੇ ਸਿਰ ਤੇ ਹੀ ਅਜੇ ਪਿਆ। ਤੈਨੂੰ ਕਰਮਾਂ ਦਾ ਫਲ ਭੋਗਣਾ ਹੀ ਪਵੇਗਾ। ਜਿਹੜੇ ਤੂੰ ਹੰਕਾਰ ਦੇ ਨਸ਼ੇ ਵਿੱਚ ਔਗਣਾ ਭਰੇ ਵਿਦਿਆ ਪੜ੍ਹ ਪੜ੍ਹ ਕਰਕੇ ਸੰਸਾਰ ਦੇ ਕਰਮ ਕਮਾਵੇ ਹਨ। ਹਜੂਰ ਵਿਸ਼ਰਾਮ ਦੀ ਕਰਕੇ ਬਖਸ਼ਿਸ਼ ਕਰਦੇ ਹਨ। ਸਿੱਧੰ ਆਇਆ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਸੱਸਾ, ਧੱਦਾ, ਗੰਗਾ, ਈੜੀ ਤੇ ਐੜਾ, ਇਹਨਾਂ ਅੱਖਰਾਂ ਦੇ ਦੁਆਰਾ ਮਹਾਰਾਜ ਸਿੱਖਿਆ ਦੇ ਰਹੇ ਹਨ, ਸਮਝਾ ਰਹੇ ਹੈ। ਹੇ ਪਾਂਧਾ ਜੀ, ਸਿੱਧੰ ਆਇਆ ਸਿਮਰਹਿ ਨਾਈ, ਜੋ ਸਿੱਧ ਰੂਪ ਅਕਾਲ ਪੁਰਖ ਪਰਮਾਤਮਾ ਹੈ, ਸਦਾ ਸਤ ਰਹਿਣ ਵਾਲਾ ਹੈ। ਸਿੱਧੰ ਆਇਆ, ਜੋ ਸੰਸਾਰ ਭਰ ਦੇ ਅੰਗਾਂ ਵਿੱਚ ਆਇਆ, ਅੰਗਾਂ ਹਿਰਦਿਆਂ ਦੇ ਵਿੱਚ ਆਇਆ ਹੋਇਆ ਪਰਮਾਤਮਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਸਿਮਰਿਆ ਨਹੀਂ, ਕਦੇ ਵੀ ਤਾਂ ਰੱਬ ਨੂੰ ਯਾਦ ਨਹੀਂ ਕੀਤਾ। ਨੰਨੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਹਨ, ਹੇ ਪਾਂਧਾ ਜੀ, ਨਾ ਹੀ ਅਕਾਲ ਪੁਰਖ ਪਰਮਾਤਮਾ ਦਾ ਤੁਸੀਂ ਕਦੇ ਨਾਮ ਲਿਆ ਹੈ, ਨਾ ਹੀ ਕਦੇ ਪਰਮੇਸ਼ਰ ਦਾ ਨਾਮ ਲਿਆ, ਕਦੇ ਪਰਮੇਸ਼ਰ ਨੂੰ ਯਾਦ ਤੱਕ ਵੀ ਨਹੀਂ ਕੀਤਾ। ਮਹਾਰਾਜ ਕਹਿੰਦੇ, ਨਾ ਤਾਂ ਹਿਰਦੇ ਕਰਕੇ ਪਰਮਾਤਮਾ ਨੂੰ ਯਾਦ ਕੀਤਾ, ਨੰਨਾ ਨਾ ਤੁਧ ਨਾਮ ਲਿਆ, ਤੇ ਨਾ ਹੀ ਰਸਨਾ ਤੋਂ ਉਚਾਰਨ ਕਰਕੇ ਪਰਮੇਸ਼ਰ ਦਾ ਨਾਮ ਲਿਆ ਹੈ। ਕਦੇ ਪਰਮਾਤਮਾ ਦਾ ਜਾਪ ਜਪਿਆ ਨਹੀਂ, ਨਾ ਹਿਰਦੇ ਕਰਕੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ। ਇਹ ਸੰਸਾਰ ਦੇ ਅੰਦਰ ਕਿੱਦਾਂ ਦੀ ਔਗਣ ਭਰੀ ਵਿਦਿਆ ਨੂੰ ਪੜ੍ਹ ਲੈਣਾ ਕੀਤਾ, ਕਿੱਦਾਂ ਦੀ ਔਗਣਾਂ ਦੀ ਵਿਦਿਆ ਪੜ੍ਹ ਲਈ, ਪੜ੍ਹ ਪੜ੍ਹ ਕਰਕੇ ਹੰਕਾਰ ਕਰ ਲਿਆ, ਜਿਸ ਕਰਕੇ ਸਿੱਧੰ ਆਇਆ ਸਿਮਰਹਿ ਨਾਹੀ, ਨੰਨਾ ਨਾ ਤੁਧ ਨਾਮ ਲਿਆ, ਨਾ ਤਾਂ ਪਰਮਾਤਮਾ ਨੂੰ ਯਾਦ ਕੀਤਾ ਹਿਰਦੇ ਕਰਕੇ, ਤੇ ਨਾ ਹੀ ਮਹਾਰਾਜ ਕਹਿੰਦੇ ਤਨ ਕਰਕੇ, ਨਾ ਰਸਨਾ ਕਰਕੇ ਪਰਮੇਸ਼ਰ ਦਾ ਨਾਮ ਜਪਿਆ। ਨਾਮ ਜਪਣ ਤੋਂ ਨਨਕਾਰ ਹੀ ਕਰ ਦੇਣਾ ਕੀਤਾ। ਜੇ ਕਿਸੇ ਨੇ ਸਮਝਾਇਆ ਵੀ ਤਾਂ ਵੀ ਅੱਗੋਂ ਇਨਕਾਰ ਹੀ ਕਰ ਦਿੱਤਾ, ਬਾਰ-ਬਾਰ ਇਨਕਾਰ ਹੀ ਕਰਦਾ ਰਿਹਾ ਕਿ ਅਜੇ ਮੇਰਾ ਸਮਾਂ ਨਹੀਂ ਨਾਮ ਜਪਣ ਦਾ,
ਅਜੇ ਮੇਰਾ ਸਮਾਂ ਨਹੀਂ ਹੈ ਬਾਣੀ ਪੜ੍ਹਨੇ ਦਾ, ਨਿਤਨੇਮ ਕਰਨੇ ਦਾ। ਇਉਂ ਟਾਲ ਮਟੋਲ ਕਰ ਕਰਕੇ ਤੂੰ ਨਨਕਾਰ ਹੀ ਕਰਦਾ ਰਿਹਾ ਹੈ। हे मूढ़े हे बेसमझ जीवा, तेरी जिंदगी छिजदी जा रही है। तेरा जिंदगी जिहड़ी है ना वो घटदी जा रही है। जीवन तेरा दिन बर दिन घटदा जा रहा है, घटदा जा रहा है। छिन छिन तन छीजै जरा जनावै, तब तेरी ओक कोई पानियो ना पावै। कहत कबीर कोई नहीं तेरा हिरदै राम संभार सवेरा। अजे भी तेरे कोल समा है, अजे भी तेरी जिंदगी बाकी बची है। जिन्ना भी समा है यही समय दौरान परमात्मा नू याद कर लै, हिरदे करके परमात्मा नू संभाल लै, परमात्मा दा सिमरन कर लै। क्योंकि कहत कबीर कोई नहीं तेरा, जिन्ना करके महाराज कहते तू परमात्मा नू विसारी बैठा है। ये निश्चय करके जानदा इन्हां विचों कोई भी तेरा अपना नहीं है। धन श्री गुरु अमरदास साहिब पातशाह जी हजूर फरमाउंदे ने, छछे अखर द्वारा उपदेश देंदे ने। छछै छीजह ऐनिस मूढ़े, हे मूढ़े बेसमझ जीव, रात दिन पैर पैर करके घड़ियाँ घड़ियाँ पल पल करके तेरी जिंदगी जिहड़ी छिजदी जा रही है। शरीर तेरा जिहड़ा नकारा हुंदा जा रहा है, तन दा बल घटदा जा रहा है, इंद्रियां दा ये अखां दा देखण दा बल घटदा जा रहा है, कन्नां दा सुणन दा बल घटदा जा रहा है, जेबा दा रसना दा बोलण दा बल घटदा जा रहा है, हत्थां पैरां दी शक्ति भी घटदी जा रही। शरीर तेरा छिजदा जा रहा है, क्रिस हुंदा जा रहा है। इस करके महाराज हजूर ने गुरबाणी विच जो भी उपदेश दिता है ना, हे जीवा तेरी जिहड़ी आरमला है ना दिन बर दिन घटदी जा रही है। बाद विच पछताउण दे नालों पहलां ही तू रब नूं चेते कर लै। तेरे कोल शुभ समा है, परमात्मा ने शुभ अवसर तैनूं दिता है, इसलिए तू परमात्मा नूं याद क्यों नहीं करता? रब नूं चेते करिया कर, तेरी जिंदगी छिजदी जा रही है। जे रब नूं नहीं ना चेते करदा ते फिर जमा ने तेनूं पाकड़िया पकड़ लैना, जमा ने तेनों फड़ लैना, गल विच फाहा पै लैना। ते क्यों छूटा फिर किवें छुटेगा? छुटिया भी नहीं जाना। इन्ने बल वाले वो जम हैं धर्मराजे दे भेजे हुए जमदूत, इन्ने बल वाले ने शक्ति वाले होंदे, अपने बल दे नाल कदाचित भी उन्हां तो छुट नहीं सकता। मनुख जिन्ना मर्जी भावें यतन कर लवे, तरले पा लवे, पर महाराज कहते हैं क्यों छूटे है जम पाकड़िया। जदों जमा ने पकड़ दिया फिर तेरे तो छुटिया नहीं जाएगा, भला किवें छुट सकेगा? सतगुरु अमरदास साहिब महाराज बब्बे अखर द्वारा उपदेश दे रहे हैं, हे जीव तू बुझा नहीं है परमात्मा के स्वरूप नूं। मूढ़े बेसमझ हे झल्ले जीवा, तू वाहिगुरू जी के स्वरूप नूं क्यों नहीं बुझिया? स्वै स्वरूप नूं क्यों नहीं बुझना कीता? भरमां दा शिकार होया परमात्मा नूं भुलाई बैठा, भुला होया ही तेरा संसार दे अंदर अमोलक जन्म चला गया है। भरम भुलै तेरा जन्म गया, केवल मैं मेरी करदे होया ही तू अपना जीवन अकारत बतीत कर दिता है। साध संगत जी महाराज जी दे गुरबाणी अंदर मुख वाक ਹਨ, मनुख बालक अवस्था के 12 को जिहड़े साल होंदे वो अज्ञानता भरे जिहड़ी साध संगत जी जिंदगी होंदी है, बालपन के अंदर ही बतीत हो जाती है। फिर 20 साल तक ये मनुख कुछ भी इन्हें खटिया नहीं, परमात्मा का भजन नहीं किया। फिर चढ़दी जवानी भर जवानी जोबन अवस्था दे विच हंकार करदा रहा, बिरध अवस्था दे विच भी परिवार का धीआं पुत्रां दा मोह ना छड़ सकिया। फिर महाराज कहते अंत समय पश्चाताप ही करता, मैं मेरी करदा इस संसार तो तुर गया। इदां दी जीव की हालत बनी है। सतगुरु जी की मुख वाक हैं, 12 बरस बालपन बीते, 20 बरस कछ तप न कियो, 30 बरस कछ देव न पूजा, फिर पछताना बिरध भयो, मेरी मेरी चा कर दी जन्म गयो। महाराज कहते मैं मेरी करदियां जीव ने संसार तो चले जाना कीता है, ते अंत नूं झूरदा पछताउंदा ही संसार तो चला गया। कुछ खटिया ना,
ਤੋ ਇਸ ਲਈ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੀਵਾ ਅਕਾਲ ਪੁਰਖ ਪਰਮੇਸ਼ਰ ਨੂੰ ਬੁਝਿਆ ਨਹੀਂ ਤੂੰ ਬੇਸਮਝ ਚੱਲੇ ਜੀਵਾ, ਭਰਮ ਭੁੱਲੇ ਤੇਰਾ ਜਨਮ ਗਿਆ। ਕੇਵਲ ਭਰਮਾਂ ਭੁਲੇਖਿਆਂ ਦਾ ਸ਼ਿਕਾਰ ਹੋਏ ਤੇਰਾ ਜਨਮ ਅਜਾਈਂ ਚਲਾ ਗਿਆ ਹੈ। ਗੁਰੂ ਕਿਰਪਾ ਦਾ ਪਾਤਰ ਬਣ ਕੇ ਭਰਮ ਤੋਂ ਰਹਿਤ ਹੋ ਜਾ, ਫਿਰ ਪਰਮਾਤਮਾ ਦੀ ਯਾਦ ਵਿੱਚ ਜੁੜ ਸਕੇਗਾ, ਨਹੀਂ ਤੇ ਅਮੋਲਕ ਜਨਮ ਅਜਾਈਂ ਚਲਾ ਜਾਵੇਗਾ। ਹਜੂਰ ਕਹਿੰਦੇ ਹੈ ਪਾਂਧਾ ਜੀ, ਤੁਸੀਂ ਆਪਣਾ ਨਾਮ ਅਣਹੋਂਦਾ ਭਾਵ ਅਣਹੋਇਆ ਹੀ ਰਖਾਵਣਾ ਕੀਤਾ ਹੈ। ਪਾਂਧੇ ਤੂੰ ਸੰਸਾਰ ਦੇ ਅੰਦਰ ਆਪਣਾ ਨਾਮ ਪਾਂਧਾ ਅਖਵਾ ਲਿਆ ਕਿ ਮੈਨੂੰ ਲੋਕ ਪਾਂਧਾ ਕਹਿੰਦੇ ਆ। ਪਾਂਧਾ ਆਪਣਾ ਨਾਮ ਤੂੰ ਰਖਵਾ ਲਿਆ, ਵਿਦਿਆ ਪੜ੍ਹਾਉਣ ਵਾਲਾ, ਸਿੱਖਿਆ ਦੇਣ ਵਾਲਾ, ਵਿਦਿਆ ਨੂੰ ਅੱਗੇ ਜੋ ਪ੍ਰੇਰਿਤ ਕਰ ਕਰਕੇ ਬੱਚਿਆਂ ਨੂੰ ਸਿਖਾਉਣ ਵਾਲਾ। ਮਹਾਰਾਜ ਕਹਿੰਦੇ ਇਹ ਤੂੰ ਨਾਮ ਆਪਣਾ ਸਹੀ ਨਹੀਂ ਰਖਾਇਆ, ਸੱਚਾ ਨਹੀਂ ਰਖਾਵਣਾ ਕੀਤਾ। ਇਹ ਨਾਮ ਤੂੰ ਅਣਹੋਂਦਾ ਹੀ ਰਖਾ ਲੈਣਾ ਕੀਤਾ ਹੈ, ਭਾਵ ਨਹੀਂ ਸੀ ਰਖਾਉਣਾ ਚਾਹੀਦਾ ਜਿਹੜਾ ਤੂੰ ਆਪਣਾ ਅਣਹੋਇਆ ਹੀ ਨਾਮ ਰਖਾ ਲਿਆ ਹੈ। ਹੋਰਨਾਂ ਸੰਸਾਰ ਦੇ ਜੀਵਾਂ ਦਾ ਭਾਰ ਤੂੰ ਆਪਣੇ ਸਿਰ ਲੈ ਲਿਆ ਹੈ। ਭਾਰ ਕਿਵੇਂ ਲੈ ਲਿਆ ਕਿ ਸਾਧ ਸੰਗਤ ਦੀ ਜਿਹੜੀ ਵਿਦਿਆ ਪੜ੍ਹਾ ਰਿਹਾ ਸੀ ਨਾ, ਉਹਦੇ ਵਿੱਚ ਕੇਵਲ ਔਗਣ ਹੀ ਔਗਣ ਸਨ। ਗੁਣਵਾਨ ਬਣਾਉਣ ਵਾਲੀ ਕੋਈ ਵਿਦਿਆ ਨਹੀਂ ਸੀ ਪੜ੍ਹਾਉਂਦਾ, ਤੇ ਆਪ ਵੀ ਰਿਸ਼ਵਤ ਲੈਂਦਾ ਸੀ, ਲੋਕਾਂ ਤੋਂ ਪੈਸੇ ਵਸੂਲ ਲੈਂਦਾ ਸੀ। ਇਸ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਅਵਰਾ ਕਾ ਭਾਰ ਤੁਧ ਲਿਆ। ਹੇ ਜੀਵ ਤੂੰ ਹੋਰਨਾਂ ਦਾ ਭਾਰ ਵੀ ਆਪਣੇ ਸਿਰ ਚੱਕਣਾ ਕੀਤਾ ਹੈ। ਐਵੇਂ ਵਿਦਿਆ ਪੜ੍ਹਾਉਣ ਦੇ ਵਾਸਤੇ ਤੂੰ ਮਨ ਵਿੱਚ ਹੰਕਾਰ ਕੀਤਾ ਕਿ ਮੈਂ ਵਿਦਿਆ ਪੜ੍ਹਾਵਾਂਗਾ, ਮੈਂ ਵਿਦਿਆ ਪੜ੍ਹਾ ਸਕਦਾ ਹਾਂ, ਤੇ ਐਵੇਂ ਭਾਰ ਹੀ ਲੋਕਾਂ ਦਾ ਚੱਕਿਆ ਸਿਰ ਦੇ ਉੱਪਰ। ਜਿਹੜੇ ਜੀਵਨ ਦੀ ਸਫਲਤਾ ਦੀ ਵਿਦਿਆ ਪੜ੍ਹਾਉਣੀ ਸੀ ਉਹ ਨਾ ਤਾਂ ਆਪ ਪੜ੍ਹੀ ਤੇ ਨਾ ਲੋਕਾਂ ਨੂੰ ਪੜ੍ਹਾਈ ਹੈ, ਨਾ ਬੱਚਿਆਂ ਨੂੰ ਪੜ੍ਹਾਵਣਾ ਕੀਤੀ। ਕੇਵਲ ਹੰਕਾਰ ਦੀ ਵਿਦਿਆ ਤੂੰ ਆਪ ਪੜ੍ਹਿਆ ਤੇ ਹੰਕਾਰ ਦੀ ਵਿਦਿਆ ਹੀ ਅੱਗੇ ਬੱਚਿਆਂ ਨੂੰ ਸਿਖਾਉਂਦਾ ਪਿਆ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਜੂਰ ਕਹਿੰਦੇ ਨੇ, ਅਣਹੋਦਾ ਨਾਉ ਧਰਾਇਓ ਪਾਧਾ, ਅਵਰਾ ਕਾ ਭਾਰ ਤੁਧ ਲਿਆ। ਹੋਰਨਾਂ ਦਾ ਭਾਰ ਵੀ ਜੀਵ ਤੂੰ ਆਪਣੇ ਸਿਰ ਲੈ ਲੈਣਾ ਕੀਤਾ ਹੈ। ਇਹ ਮੂੜੇ ਬੇਸਮਝ ਜੀਵਾ, ਜੱਜੇ ਗੁਰਦੁਆਰਾ ਮਹਾਰਾਜ ਉਪਦੇਸ਼ ਦਿੰਦੇ ਹੈ। ਪਰਮਾਤਮਾ ਨੇ ਕਹਿੰਦੇ ਤੇਰੀ ਜਿਹੜੀ ਜੋਤ ਹੈ ਨਾ, ਅੰਦਰ ਦੇ ਪ੍ਰਕਾਸ਼ ਹੈ, ਹਿਰਦੇ ਦਾ ਗਿਆਨ ਦਾ ਪ੍ਰਕਾਸ਼, ਤੇਰੀ ਹਿਰ ਲੈਣਾ ਕੀਤੀ ਹੈ। ਜਿਵੇਂ ਸਾਧ ਸੰਗਤ ਜੀ ਪ੍ਰਕਾਸ਼ ਨੂੰ ਕੋਈ ਲਾਂਭੇ ਕਰ ਲਵੇ ਨਾ ਦੀਵੇ ਨੂੰ, ਫਿਰ ਪ੍ਰਕਾਸ਼ ਘਟਣਾ ਸ਼ੁਰੂ ਹੋ ਜਾਂਦਾ ਹੈ। ਸਾਹਮਣੇ ਰੱਖਿਆ ਹੋਵੇ ਤੇ ਸਹੀ ਨਜ਼ਰ ਵੀ ਆਉਂਦਾ ਹੈ, ਚੰਗੀ ਤਰ੍ਹਾਂ ਦਿਸਦਾ, ਤੇ ਪ੍ਰਕਾਸ਼ ਘਟਣ ਲੱਗ ਪੈਂਦਾ, ਥੋੜ੍ਹਾ ਥੋੜ੍ਹਾ ਦੀਵਾ ਪਿੱਛੇ ਕਰਨਾ ਸ਼ੁਰੂ ਕਰ ਦਈਏ। ਤੇ ਪਰਮਾਤਮਾ ਨੇ ਜਿਹੜੀ ਜੀਵ ਦੇ ਅੰਦਰ ਜਾਗਰਤ ਜੋਤ ਕੀਤੀ ਹੈ ਨਾ, ਜਾਗਰਤ ਕੀਤੀ ਹੈ, ਅਵਿਦਿਆ ਰੂਪ ਨਿੰਦਰਾ ਤੋਂ ਹਟਾ ਕੇ ਪਰਮਾਤਮਾ ਨੇ ਗਿਆਨ ਦਾ ਪ੍ਰਕਾਸ਼ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਜੱਜੈ ਜੋਤ ਹਿਰ ਲਈ ਤੇਰੀ ਮੂੜੇ। ਹੇ ਬੇਸਮ ਜੀਵੋ ਤੇਰੀ ਜੋਤ ਪਰਮਾਤਮਾ ਨੇ ਹਿਰ ਲਈ ਹੈ। ਜਾਂ ਇਹੋ ਕਹਿ ਲਈਏ ਕਿ ਔਗਣਾ ਨੇ ਜਿਹੜੀ ਚੰਗੀ ਬੁੱਧੀ ਸੀ ਨਾ, ਚੰਗੀ ਅਕਲ ਸੀ, ਪ੍ਰਕਾਸ਼ ਕਰਨ ਵਾਲੀ, ਇੰਦਰੀਆਂ ਨੂੰ ਚੰਗਾ ਪ੍ਰਕਾਸ਼ ਦੇਣ ਵਾਲੀ, ਚੰਗਾ ਪ੍ਰੇਰਿਤ ਕਰਨ ਵਾਲੀ ਚੰਗੀ ਜਿਹੜੀ ਬੁੱਧ ਸੀ, ਅਕਲ ਸੀ, ਉਹ ਔਗਣਾ ਨੇ ਤੇਰੀ ਹਿਰ ਲਈ ਹੈ। ਕਿਉਂਕਿ ਪ੍ਰਾਰੰਭ ਦੇ ਵਿੱਚ ਵੀ ਆਇਆ ਹੈ ਕਿ ਜਦੋਂ ਮਨੁੱਖ ਔਗਣਾ ਨੂੰ ਧਾਰਨਾ ਸ਼ੁਰੂ ਕਰ ਦਿੰਦਾ, ਉਹਦੀ ਬੁੱਧ ਜਿਹੜੀ ਅਕਲ ਹੁੰਦੀ ਘਟਣੀ ਸ਼ੁਰੂ ਹੋ ਜਾਂਦੀ ਹੈ। ਮਨੁੱਖ ਦੀ ਜਿਹੜੀ ਮੱਤ ਹੈ ਨਾ, ਉਹ ਸਾਧ ਸੰਗਤ ਜੀ ਮਲੀਨ ਹੋਣੀ ਸ਼ੁਰੂ ਹੋ ਜਾਂਦੀ ਜਦੋਂ ਔਗਣਾ ਦਾ ਧਾਰਨੀ ਬਣ ਜਾਂਦਾ। ਸਾਧ ਸੰਗਤ ਜੀ ਮਹਾਰਾਜ ਜੀ ਦਾ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ, ਅਜਾਮਲ ਪਾਪੀ ਜਗ ਜਾਣੇ। ਅਜਾਮਲ ਪਾਪੀ ਜਗ ਜਾਣੇ, ਉਹਨੂੰ ਪਾਪੀ ਕਹਿ ਕੇ ਮਹਾਰਾਜ ਸਾਹਿਬ ਜੀ ਨੇ ਜੋ ਗੁਰਬਾਣੀ ਵਿੱਚ ਉਚਾਰਨ ਕਰਕੇ ਉਪਦੇਸ਼ ਦਿੱਤਾ, ਨਿਮਕ ਮਾਹਿ ਨਿਸਤਾਰਾ ਹੈ। ਭਾਵੇਂ ਉਹਨੂੰ ਪਾਪੀ ਦਾ ਖਿਤਾਬ ਮਿਲਿਆ, ਪਰ ਸਾਧ ਸੰਗਤ ਜੀ ਪਾਪੀ ਬਣਨੇ ਤੋਂ ਪਹਿਲਾਂ ਬੜਾ ਵੱਡਾ ਵਿਦਵਾਨ ਸੀਗਾ। 27 ਸਿਮਰਤੀਆਂ, 6 ਸ਼ਾਸਤਰ, 4 ਵੇਦ, 18 ਪੁਰਾਣ ਇਤਿਆਦਿਕ ਇਹਨਾਂ ਗ੍ਰੰਥਾਂ ਨੂੰ ਵਾਚਣ ਵਾਲਾ ਸੀ। ਬਹੁਤ ਵੱਡਾ ਵਿਦਵਾਨ ਪੁਰਖ ਸੀਗਾ ਅਜਾਮਲ। ਪਰ ਬਾਅਦ ਵਿੱਚ ਪਾਪੀ ਦਾ ਖਿਤਾਬ ਮਿਲਿਆ, ਬਾਅਦ ਦੇ ਵਿੱਚ ਪਾਪੀ ਅਖਵਾਇਆ। ਕੀ ਕਾਰਨ ਸੀ? ਕਿਉਂਕਿ ਔਗਣਾ ਨੂੰ ਧਾਰਨਾ ਸ਼ੁਰੂ ਕਰ ਦਿੱਤਾ। ਭਾਵੇਂ ਪਰਿਵਾਰ ਵਾਲਿਆਂ ਨੇ ਸਮਝਾਇਆ ਵੀ ਸੀਗਾ ਕਿ ਵੇਸਵਾ ਦਾ ਸੰਗ ਨਾ ਕਰ,
ਪਰ ਔਗਣਾਂ ਦਾ ਧਾਰਨੀ ਬਣਨੇ ਕਰਕੇ ਮੱਤ ਮਾਰੀ ਗਈ। ਜਿਵੇਂ ਜਿਵੇਂ ਔਗਣ ਧਾਰਨੇ ਸ਼ੁਰੂ ਕਰ ਦਿੱਤੇ ਤਿਵੇਂ ਤਿਵੇਂ ਮੱਤ ਮਲੀਨ ਹੋਣੀ ਸ਼ੁਰੂ ਹੋ ਗਈ। ਵੱਡਾ ਵੱਡਾ ਵਿਦਵਾਨ ਪੁਰਖ ਸੀਗਾ, ਪਰ ਜਦੋਂ ਮੱਤ ਮਾਰੀ ਗਈ ਬੇਸਵਾ ਦਾ ਸੰਗ ਕਰ ਲਿਆ, ਆਪਣੇ ਘਰ ਹੀ ਲੈ ਲਿਆ। ਭਾਵੇਂ ਘਰ ਵਾਲਿਆਂ ਨੇ ਵੀ ਸਾਧ ਸੰਗਤ ਜੀ ਬਾਹਰ ਕੱਢ ਦਿੱਤਾ, ਬੇਦਖਲ ਕਰ ਦਿੱਤਾ, ਮਾਤਾ ਪਿਤਾ ਨੇ ਬਾਹਰ ਜਾ ਕੇ ਛੰਨ ਬਣਾ ਕੇ ਉੱਥੇ ਰੱਖ ਲਿਆ, ਪਰ ਬੇਸਵਾ ਦਾ ਸੰਗ ਨਹੀਂ ਸੀ ਛੱਡਿਆ। ਤੇ ਮਹਾਰਾਜ ਹਜ਼ੂਰ ਕਹਿੰਦੇ ਹਨ ਕਿ ਜਿਵੇਂ ਜਿਵੇਂ ਮਨੁੱਖ ਔਗਣਾਂ ਨੂੰ ਧਾਰਨ ਕਰਦਾ ਨਾ, ਤਿਵੇਂ ਤਿਵੇਂ ਮੱਤ ਜਿਹੜੀ ਇਹਦੀ ਚੁਰਾਈ ਜਾਂਦੀ। ਭਾਵ ਔਗਣ ਚੰਗੀ ਮੱਤ ਨੂੰ ਚੁਰਾਈ ਜਾਂਦੇ ਹੈ, ਔਗਣ ਚੰਗੀ ਮੱਤ ਨੂੰ ਖਾਈ ਜਾਂਦੇ, ਬਰਬਾਦ ਕਰੀ ਜਾਂਦੇ ਹੈ। ਸੋ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਜਜੈ ਜੋਤ ਹਿਰ ਲਈ ਤੇਰੀ ਮੂੜੇ ਹੈ ਬੇਸਮਝ ਮਨੁੱਖਾ। ਪਰਮਾਤਮਾ ਨੇ ਜਾਣ ਤੇਰੇ ਔਗਣ ਧਾਰਨ ਕਰਨੇ ਕਰਕੇ ਹੀ ਚੰਗੀ ਜੋਤ, ਚੰਗੀ ਬੁੱਧ ਦਾ ਜਿਹੜਾ ਪ੍ਰਕਾਸ਼ ਹੀ ਹਿਰ ਲਿਆ ਹੈ, ਪਰਮਾਤਮਾ ਨੇ ਖੋਲਿਆ ਹੈ। ਅੰਤ ਗਿਆ ਪਛਤਾਵੇਗਾ। ਅੰਤ ਸਮੇਂ ਜਦੋਂ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਗਿਆ ਨਾ, ਫਿਰ ਪਛਤਾਤਾਪ ਹੀ ਕਰਦਾ ਜਾਵੇਗਾ। ਪਛਤਾਉਂਦੇ ਹੋਏ ਤੂੰ ਸੰਸਾਰ ਤੋਂ ਚਲੇ ਜਾਣਾ, ਝੂਰਦਾ ਹੋਇਆ ਪੱਬਾ ਮਾਰਦਾ ਰੋਂਦਾ ਹੀ ਸੰਸਾਰ ਤੋਂ ਚਲਾ ਜਾਵੇਗਾ ਕਿ ਮੈਂ ਕਿਉਂ ਔਗਣਾਂ ਨੂੰ ਧਾਰਨ ਕੀਤਾ। ਚੰਗੇ ਭਲੇ ਮੈਂ ਗੁਣਾਂ ਨੂੰ ਧਾਰਨ ਕੀਤਾ ਸੀ, ਗੁਣਵਾਨ ਸਾਂ, ਚੰਗੀ ਮੱਤ ਪਰਮਾਤਮਾ ਨੇ ਮੈਨੂੰ ਦਿੱਤੀ ਸੀ, ਕਿਉਂ ਮੈਂ ਔਗਣਾਂ ਨੂੰ ਧਾਰਨ ਕੀਤਾ। ਕਿਉਂ ਔਗਣ ਹਾਰਿਆਂ ਦੀ ਖੋਟੀ ਸੰਗਤ ਵਿੱਚ ਪੈ ਕੇ ਮੈਂ ਸ਼ੁਭ ਗੁਣਾਂ ਤੋਂ ਰਹਿਤ ਹੋ ਗਿਆ, ਸ਼ੁਭ ਗੁਣਾਂ ਤੋਂ ਖਾਲੀ ਹੋ ਗਿਆ। ਚੰਗੀ ਮੱਤ ਜਿਹੜੀ ਸੀ ਮੇਰੀ ਚਲੀ ਗਈ, ਚੰਗੀ ਅਕਲ ਤੋਂ ਮੈਂ ਰਹਿਤ ਹੋ ਗਿਆ। ਮਹਾਰਾਜ ਕਹਿੰਦੇ ਐਵੇਂ ਪਛਤਾਉਂਦਾ ਝੂਰਦਾ ਹੀ ਸੰਸਾਰ ਤੋਂ ਚਲਾ ਜਾਵੇਗਾ। ਪਰ ਸਿਆਣਿਆਂ ਦਾ ਕਥਨ ਹੈ ਨਾ, ਅਬ ਪਛਤਾਇਆ ਕਿਆ ਕਰੇ ਜਬ ਚਿੜੀਆਂ ਚੁਗ ਗਈ ਖੇਤ। ਫਿਰ ਤਾਂ ਪਛਤਾਉਣ ਦਾ ਕੋਈ ਲਾਭ ਥੋੜਾ ਹੋਵੇਗਾ, ਫਿਰ ਤਾਂ ਕੇਵਲ ਸਾਧ ਸੰਗਤ ਜੀ ਝੂਰਨਾ ਹੀ ਹੈ, ਪਛਤਾਉਣ ਦੇ ਨਾਲ ਕੁਝ ਵੀ ਮਿਲਣ ਵਾਲਾ ਨਹੀਂ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਅੰਤ ਗਿਆ ਪਛਤਾਵੇਂਗਾ। ਹੇ ਪਾਂਦਾ, ਫਿਰ ਅੰਤ ਸਮੇਂ ਪਛਤਾਉਂਦਾ ਹੀ ਤੂੰ ਸੰਸਾਰ ਤੋਂ ਚਲਾ ਜਾਵੇਂਗਾ। ਏਕ ਸ਼ਬਦ ਤੂੰ ਚੀਨਹਿ ਨਾਹੀ। ਇੱਕ ਜੋ ਸ਼ਬਦ ਬ੍ਰਹਮ ਸਰੂਪ ਹੈ, ਉਸ ਪ੍ਰਮਾਤਮਾ ਦੇ ਸਰੂਪ ਨੂੰ ਤੂੰ ਜਾਣਦਾ ਨਹੀਂ ਹੈ। ਚੀਨਹਿ ਨਾਹੀ, ਚੀਨਦਾ ਨਹੀਂ, ਪਹਿਚਾਨਣ ਦੀ ਕੋਈ ਕੋਸ਼ਿਸ਼ ਵੀ ਨਹੀਂ ਕਰਦਾ, ਕੋਈ ਯਤਨ ਵੀ ਨਹੀਂ ਕਰਦਾ ਕਿ ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਕਰ ਲਵਾ। ਜੇ ਇੱਕ ਬ੍ਰਹਮ ਸਰੂਪ ਦੀ ਪਹਿਚਾਣ ਨਹੀਂ ਕਰਦਾ, ਫਿਰ ਜੂਨੀ ਆਵੇਗਾ, ਦੁਬਾਰਾ ਫਿਰ ਜੂਨਾਂ ਦੇ ਵਿੱਚ ਤੈਨੂੰ ਆਉਣਾ ਪਵੇਗਾ। ਇਹ ਨਿਸ਼ਚੈ ਕਰਕੇ ਜਾਣ ਲੈ। ਜੇ ਸ਼ਬਦ ਦੁਆਰਾ ਸਵੈ ਸਰੂਪ ਦੀ ਪਹਿਚਾਣ ਨਹੀਂ ਨਾ ਕਰਦਾ, ਸ਼ਬਦ ਮਹਾਰਾਜ ਜੀ ਦੇ ਉਪਦੇਸ਼ ਦੁਆਰਾ, ਤੇ ਮਹਾਰਾਜ ਕਹਿੰਦੇ ਫਿਰ ਜੂਨੀ ਆਵੇਗਾ, ਦੁਬਾਰਾ ਤੈਨੂੰ ਜੂਨਾਂ ਵਿੱਚ ਆਉਣਾ ਪਵੇਗਾ। ਤੇ ਇੱਕ ਜੂਨ ਦੇ ਵਿੱਚ ਪਤਾ ਨਹੀਂ ਕਿੰਨੇ ਬਾਰ ਜਨਮ ਧਾਰਨ ਕਰਨੇ ਪੈਂਦੇ। ਇੱਕ ਜੂਨ ਦੇ ਵਿੱਚ ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਪਤਾ ਨਹੀਂ ਹਾਥੀਆਂ, ਪਤੰਗੀਆਂ, ਕੀੜਿਆਂ, ਸੱਪਾਂ ਦੀਆਂ ਇਹ ਕਿੰਨੀਆਂ ਟੇਢੀਆਂ 84 ਲੱਖ ਜੂਨਾਂ ਦੇ ਵਿੱਚ ਜੀਵ ਬਾਰ ਤੈਨੂੰ ਆਉਣਾ ਪਵੇਗਾ। ਜੇ ਪਰਮਾਤਮਾ ਦੇ ਬ੍ਰਹਮ ਸਰੂਪ ਨੂੰ ਨਾ ਜਾਣਿਆ, ਅਥਵਾ ਜੇ ਮਹਾਰਾਜ ਜੀ ਦੇ ਸ਼ਬਦ ਉਪਦੇਸ਼ ਦੁਆਰਾ ਸਵੈ ਸਰੂਪ ਦੀ ਪਹਿਚਾਣ ਨਾ ਕੀਤੀ, ਤਾਂ ਫਿਰ ਬਾਰ ਸੰਸਾਰ ਦੇ ਜੂਨਾਂ ਵਿੱਚ ਜਨਮ ਲੈਣਾ ਪਵੇਗਾ। ਹੇ ਪੰਡਿਤ, ਹੇ ਵਿਦਵਾਨ, ਜਿਹੜਾ ਤੇਰੇ ਸਿਰ ਤੇ ਪ੍ਰਮਾਤਮਾ ਨੇ ਲੇਖ ਲਿਖਿਆ ਉਹਨੂੰ ਪੜ੍ਹਨਾ ਕਰ, ਉਹਨੂੰ ਪੜ੍ਹ, ਉਹਨੂੰ ਵਿਚਾਰ ਕਿ ਮੇਰੇ ਪੁਰਾਣੇ ਜਿਹੜੇ ਪੂਰਬਲੇ ਕਰਮਾਂ ਦਾ ਜਿਹੜਾ ਫਲ ਮੈਨੂੰ ਮਿਲ ਰਿਹਾ, ਮੈਂ ਔਗਣਾਂ ਨੂੰ ਜਿਹੜਾ ਧਾਰਨ ਕਰ ਲਿਆ, ਮੈਂ ਸ਼ੁਭ ਗੁਣਾਂ ਨੂੰ ਛੱਡ ਕੇ ਔਗਣਾਂ ਨੂੰ ਧਾਰਨ ਕਰ ਲਿਆ। ਮੇਰੀ ਮੱਤ ਜਿਹੜੀ ਘਟਦੀ ਜਾ ਰਹੀ ਹੈ, ਮੇਰੀ ਅਕਲ ਘਟਦੀ ਜਾ ਰਹੀ ਦਿਨ ਬਰ ਦਿਨ, ਚੰਗੀ ਸੋਚ ਤੋਂ ਸੋਚ ਵੀ ਮੇਰੀ ਮਾੜੀ ਹੁੰਦੀ ਜਾ ਰਹੀ ਹੈ, ਮੇਰਾ ਬੋਲ ਬਾਲਾ ਵੀ ਜਿਹੜਾ ਹੈ ਉਹ ਵੀ ਮਾੜਾ ਹੁੰਦਾ ਜਾ ਰਿਹਾ ਹੈ, ਸੰਗਤ ਵੀ ਮੈਂ ਮਾੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਉਂ ਮਹਾਰਾਜ ਕਹਿੰਦੇ ਔਗਣਾਂ ਦੇ ਧਾਰਨੀ ਬਣਨੇ ਕਰਕੇ ਜਿਹੜੇ ਤੇਰੀ ਮਾੜੇ ਲੇਖਾਂ ਦੀ ਲਿਖਤ ਹੈ, ਹੇ ਪੰਡਿਤ, ਹੇ ਵਿਦਵਾਨ ਪੁਰਖ, ਉਹਨੂੰ ਸੋਚ, ਉਹਨੂੰ ਵਿਚਾਰ, ਉਹਨੂੰ ਪੜ੍ਹਿਆ ਕਰ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਤੁਧ ਸਿਰ ਲਿਖਿਆ ਸੋ ਪੜ੍ਹ ਪੰਡਿਤ। ਹੇ ਵਿਦਵਾਨ, ਜੋ ਆਪਣੇ ਸਿਰ ਦੀ ਲਿਖਤ ਨੂੰ, ਲਿਖੀ ਹੋਈ ਪ੍ਰਮਾਤਮਾ ਦੀ ਲਿਖਤ ਨੂੰ ਪੜ੍ਹਨਾ ਕਰ। ਆਪ ਤਾਂ
ਜ਼ਹਿਰ ਭਰੀ ਜ਼ਿੰਦਗੀ ਤੂੰ ਬਤੀਤ ਕਰ ਰਿਹਾ ਹੈ ਤੇ ਹੋਰਨਾਂ ਨੂੰ ਮਹਾਰਾਜ ਕਹਿੰਦੇ ਤੂੰ ਸਿਖਾਲਦਾ ਪਿਆ ਕਿ ਇਹ ਹੰਕਾਰ ਦੀ ਵਿੱਦਿਆ ਪੜ੍ਹਨੀ ਚਾਹੀਦੀ ਹੈ, ਇਹ ਵਿੱਦਿਆ ਇਹ ਢੰਗ ਦੇ ਨਾਲ ਪੜ੍ਹਨੀ ਚਾਹੀਦੀ ਹੈ। ਅਵਰਾ ਨੋ ਨਾ ਸਿਖਾਲ ਵਿਖਿਆ, ਬਿਕ ਨਾਮ ਜ਼ਹਿਰ ਦਾ ਹੈ, ਜ਼ਹਿਰ ਭਰੀ ਵਿੱਦਿਆ ਹੋਰਨਾਂ ਨੂੰ ਨਾ ਸਿਖਾਲਣਾ ਕਰ। ਇੱਦਾਂ ਦੀ ਜ਼ਿੰਦਗੀ ਜਿਉਣੇ ਦਾ ਢੰਗ ਹੋਰਨਾਂ ਨੂੰ ਨਾ ਸਿਖਾਲਣਾ ਕਰ, ਜਿਹੜੀ ਜ਼ਹਿਰ ਭਰੀ ਜ਼ਿੰਦਗੀ ਤੂੰ ਆਪ ਬਤੀਤ ਕਰਦਾ ਪਿਆ, ਨਿਰਵਾਹ ਕਰਦਾ ਪਿਆ ਹੈ, ਜਿਹੜਾ ਲੋਕਾਂ ਤੋਂ ਝੂਠ ਬੋਲ ਕਰਕੇ ਪੈਸੇ ਵਸੂਲਦਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਦਾਂ ਦੀ ਸਿੱਖਿਆ, ਇੱਦਾਂ ਦੀ ਜ਼ਿੰਦਗੀ ਜਿਹੜੀ ਹੋਰਨਾਂ ਨੂੰ ਨਾ ਸਿਖਾਉਣਾ ਕਰ। ਕਿਉਂਕਿ ਇਹ ਪਾਂਦਾ ਜੀ ਆਉਣ ਵਾਲੇ ਸਮੇਂ ਅੰਦਰ ਜਮਾਂ ਦੇ ਜਮਾਂ ਨੇ ਧਰਮਰਾਜੇ ਦੇ ਭੇਜੇ ਹੋਏ ਦੂਤ ਹੈ ਨਾ ਜਾਮਿਆ, ਉਹਨਾਂ ਨੇ ਪਹਿਲਾਂ ਪਾਂਦੇ ਦੀ ਗਲ ਵਿੱਚ ਆ ਕੇ ਫਾਹਾ ਪਾਉਣਾ। ਜਿਸ ਨੇ ਇੱਦਾਂ ਦੀ ਜ਼ਹਿਰ ਭਰੀ ਜਿਹੜੀ ਜ਼ਿੰਦਗੀ ਜਿਉਣੇ ਦਾ ਢੰਗ ਸਿਖਾਇਆ, ਜਿਸ ਨੇ ਹੰਕਾਰ ਭਰੀ ਸਿੱਖਿਆ ਸਿਖਾਈ ਹੈ, ਜਿਸ ਨੇ ਹੰਕਾਰ ਭਰੀ ਔਗਣ ਭਰੀ ਵਿੱਦਿਆ ਸਿਖਾਈ ਹੈ, ਮਹਾਰਾਜ ਕਹਿੰਦੇ ਪਹਿਲਾਂ ਗਲ ਦੇ ਪਾਂਦੇ ਦੀ ਗਲ ਵਿੱਚ ਆ ਕਰਕੇ ਜਮਾਂ ਨੇ ਫਾਹਾ ਪਾਉਣਾ ਹੈ। ਤੇ ਪਾਂਦੇ ਤੋਂ ਬਾਅਦ ਜਿਹੜੇ ਚਾਟੜੇ ਪੜ੍ਹਨ ਵਾਲੇ, ਵਿੱਦਿਆ ਪੜ੍ਹਨ ਵਾਲੇ ਵਿਦਿਆਰਥੀ ਹੈ, ਉਹਨਾਂ ਦੇ ਗਲ ਵਿੱਚ ਮਹਾਰਾਜ ਕਹਿੰਦੇ ਜਮਾਂ ਨੇ ਫਾਹਾ ਪਾਉਣਾ। ਕਿਉਂਕਿ ਵਿਦਿਆਰਥੀ ਨੂੰ ਜਿਵੇਂ ਪੜ੍ਹਾਇਆ ਜਾਵੇਗਾ ਨਾ ਉਸੇ ਤਰ੍ਹਾਂ ਦੇ ਗੁਣ ਧਾਰਨ ਕਰੇਗਾ। ਜੇ ਪੜ੍ਹਾਉਣ ਵਾਲਾ ਪਾਂਦਾ ਹੀ ਸਾਧ ਸੰਗਤ ਜੀ ਚੰਗੀ ਵਿੱਦਿਆ ਨਹੀਂ ਪੜ੍ਹਾਵੇਗਾ, ਜੇ ਸਾਧ ਸੰਗਤ ਜੀ ਮਾੜੀ ਵਿੱਦਿਆ ਪੜ੍ਹਾਵੇਗਾ, ਬਿਕ ਜ਼ਹਿਰ ਦੀ ਤਰ੍ਹਾਂ ਵਿਸ਼ਿਆਂ ਵਿਕਾਰਾਂ ਔਗਣਾਂ ਦੇ ਵਾਲੀ ਵਿੱਦਿਆ ਪੜ੍ਹਾਵੇਗਾ, ਜਿਸ ਕਰਕੇ ਜ਼ਿੰਦਗੀ ਬਰਬਾਦ ਹੋ ਜਾਵੇ, ਉੱਦਾਂ ਦੀ ਹੀ ਪੜ੍ਹਨ ਵਾਲੇ ਨੇ ਸਿੱਖਣੀ ਹੈ ਜਿੱਦਾਂ ਦੀ ਪੜ੍ਹਾਈ ਜਾਵੇਗੀ। ਔਰ ਇਸ ਪ੍ਰਕਾਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਪਹਿਲਾ ਫਾਹਾ ਪਿਆ ਪਾਦੇ, ਪਿੱਛੋਂ ਦੇ ਗਲ ਚਾਟੜਿਆ। ਬਾਅਦ ਵਿੱਚ ਚਾਟੜੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਗਲ ਵਿੱਚ ਫਾਹਾ ਪੈਂਦਾ ਕਿ ਉਹਨਾਂ ਨੇ ਸੋਚਿਆ ਨਹੀਂ, ਸਮਝਿਆ ਨਹੀਂ ਕਿੱਦਾਂ ਦੇ ਇਹ ਪਾਂਦੇ ਦੇ ਕੋਲ ਅਸੀਂ ਵਿੱਦਿਆ ਪੜ੍ਹ ਰਹੇ ਹਾਂ, ਕੋਈ ਵਿਚਾਰ ਹੀ ਨਹੀਂ ਕੀਤੀ। ਅਜਿਹਾ ਹੀ ਹੈ ਸਾਧ ਸੰਗਤ ਜੀ, ਪਾਵਨ ਅਸਥਾਨ ਕਲਿਆਣਸਰ ਸਾਹਿਬ ਹੈ, ਗਰੀਬ ਨਵਾਜ ਲਧਾਈ ਕੇ ਨਗਰ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਾਵਨ ਯਾਦ ਅੰਦਰ, ਜਿੱਥੇ ਸਤਿਗੁਰੂ ਜੀ ਨੇ ਭਾਰੀ ਫਨ ਵਾਲੇ ਨਾਗ ਦਾ ਉਧਾਰ ਕੀਤਾ ਸੀ। ਬੜਾ ਵੱਡੀ ਫਨ ਸੀ ਤੇ ਬੜੀ ਲੰਬੇਰੀ ਉਮਰ ਵਾਲਾ ਸੱਪ ਸੀ, ਬੜਾ ਜ਼ਹਿਰੀਲਾ। ਮਹਾਰਾਜ ਜਾ ਰਹੇ ਨੇ, ਬਾਬਾ ਬੇਦੀ ਚੰਦ ਜੀ ਦੇ ਆਦਿਕ ਸਿੱਖ ਨਾਲ ਜਾ ਰਹੇ, ਤੇ ਅੱਗੋਂ ਜਦੋਂ ਉਹ ਭਾਰੀ ਫਨ ਵਾਲਾ ਨਾਗ ਆ ਰਿਹਾ ਸੀ ਤੇ ਸਿੱਖਾਂ ਨੇ ਕਿਹਾ ਮਹਾਰਾਜ ਨੂੰ ਲਾਂਭੇ ਹਟਾ ਦੇਈਏ। ਅੰਤਰਜਾਮੀ ਸਤਿਗੁਰੂ ਜੀ ਨੇ ਉਹਦਾ ਭਲਾ ਕਰਨਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ, ਸ਼ਰਨ ਵਿੱਚ ਆ ਰਿਹਾ ਨੂੰ ਆ ਲੈਣ ਦਿਓ। ਤੇ ਮਹਾਰਾਜ ਜੀ ਨੇ ਆਪਣਾ ਚਰਨ ਛੁਹਾਇਆ ਤੇ ਸਾਧ ਸੰਗਤ ਜੀ ਉਹਦਾ ਸਰੀਰ ਸਾਰਾ ਹੀ ਉਸੇ ਸਮੇਂ ਫਟ ਜਾਂਦਾ, ਜਿਵੇਂ ਕੋਈ ਸਰੀਰ ਚੀਜ਼ ਫਟ ਜਾਂਦੀ ਹੈ ਨਾ, ਇੱਦਾਂ ਸਰੀਰ ਫਟ ਗਿਆ ਤੇ ਉਹਦੇ ਸਰੀਰ ਦੇ ਵਿੱਚੋਂ ਬਹੁਤ ਸਾਰੇ ਕੀੜੇ ਨਿਕਲੇ। ਸਾਰੇ ਸਿੱਖ ਦੇਖ ਕਰਕੇ ਹੈਰਾਨ ਰਹਿ ਗਏ। ਫਿਰ ਪ੍ਰਕਾਸ਼ ਵਾਲੀ ਉਹਦੇ ਵਿੱਚੋਂ ਸਾਧ ਸੰਗਤ ਜੋਤ ਨਿਕਲੀ ਤੇ ਮਹਾਰਾਜ ਜੀ ਨੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਕੈਸਾ ਕੌਤਕ ਹੈ। ਹਜੂਰ ਕਹਿੰਦੇ ਤੁਹਾਨੂੰ ਆਪ ਹੀ ਦੱਸੇਗਾ। ਜਦੋਂ ਉਹਨੇ ਦੱਸਿਆ ਮਹਾਰਾਜ ਜੀ ਦਾ ਹੁਕਮ ਪਾਕ ਕਰਕੇ ਕਹਿਣ ਲੱਗਾ ਕਿ ਮੈਂ ਵੱਡਾ ਵਿਦਵਾਨ ਸੀਗਾ, ਵਿੱਦਿਆ ਪੜ੍ਹ ਕੇ ਮੇਰੇ ਮਨ ਵਿੱਚ ਬੜਾ ਹੰਕਾਰ ਪੈਦਾ ਹੋ ਗਿਆ ਸੀ ਤੇ ਲੋਕਾਂ ਤੋਂ ਮੈਂ ਆਪਣੀ ਬੜੀ ਪੂਜਾ ਕਰਾਉਂਦਾ ਸਾਂ, ਪਰ ਨਾਮ ਨਹੀਂ ਸੀ ਜਪਦਾ, ਪਰਮੇਸ਼ਰ ਦਾ ਸਿਮਰਨ ਨਹੀਂ ਸੀ ਕਰਦਾ। ਤਰ੍ਹਾਂ ਤਰ੍ਹਾਂ ਦੇ ਉਪਹਾਰ ਭੇਟਾਵਾਂ ਲੋਕ ਲਿਆ ਕਰਕੇ ਮੇਰੇ ਚਰਨਾਂ ਵਿੱਚ ਅਰਪਣ ਕਰਦੇ, ਤਰ੍ਹਾਂ ਤਰ੍ਹਾਂ ਦੇ ਪਕਵਾਨ, ਕਈ ਤਰ੍ਹਾਂ ਦੇ ਸਵਾਦਿਸ਼ਟ ਪਦਾਰਥ ਇਹਨਾਂ ਤੋਂ ਮੈਂ ਲੈ ਕਰਕੇ ਛਕਦਾ ਰਿਹਾ, ਪਰ ਉਹਨਾਂ ਦੇ ਨਾਮ ਦਾ ਕਦੇ ਜਾਪ ਨਾ ਕੀਤਾ, ਉਸ ਬਦਲੇ ਕਦੇ ਬੰਦਗੀ ਨਹੀਂ ਕੀਤੀ, ਪਰਮਾਤਮਾ ਨੂੰ ਚੇਤੇ ਨਾ ਕੀਤਾ। ਜਿਸ ਕਰਕੇ ਬਹੁਤੇ ਧਨ ਪਦਾਰਥ ਇਕੱਠੇ ਹੋਣੇ ਕਰਕੇ ਮਰਨ ਦੇ ਸਮੇਂ ਮੇਰਾ ਧਿਆਨ ਮਾਇਆ ਦੇ ਵੱਲ ਚਲਾ ਗਿਆ। ਜਿਹੜਾ ਇੰਨਾ ਧਨ ਜੋੜਿਆ ਇਕੱਠਾ ਕੀਤਾ ਕੌਣ ਸਾਂਭੇਗਾ। ਤੇ ਮਹਾਰਾਜ ਤੁਹਾਡੇ ਬਚਨ ਹਨ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਅਵਤਰੈ। ਸੱਪਾਂ ਦੀਆਂ ਜੂਨਾਂ ਵਿੱਚ ਪੈਣਾ ਪੈਂਦਾ। ਮਰਨ ਦੇ ਸਮੇਂ ਜੇ ਧਿਆਨ ਧਨ ਦੇ ਵੱਲ, ਮਾਇਆ ਦੇ ਵੱਲ ਚਲਾ ਜਾਂਦਾ ਹੈ। ਇਸ ਕਰਕੇ ਮਹਾਰਾਜ ਮੈਂ ਬਾਰ ਸੱਪਾਂ ਦੀ ਜੂਨਾਂ ਵਿੱਚ ਪੈ ਰਿਹਾ, ਹੁਣ ਆਪ ਨੇ ਕਿਰਪਾ ਕਰਕੇ ਮੇਰਾ ਉਧਾਰ ਕੀਤਾ, ਮੁਬਾਰਕ ਚਰਨ ਛੁਹਾ ਕਰਕੇ। ਤੇ ਹਜੂਰ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਜਿਹੜੇ ਕੀੜੇ ਕਾਰਨ ਪੈਣ ਦਾ ਕਾਰਨ ਕੀ ਹੈ।
फिर आवाज़ आई वो प्रकाश दे विचों, कह लगे ये कीड़े मेरे चेले है, ये मेरे चेले चाटड़े मेरे दास है, जिन्हों ने अन्नी शरधा की सी मेरे उपर ते मेरा ही ध्यान धारण करते सन। महाराज सच्चे पातशाह जी दस रहा, कह लगा महाराज जदों मैं मरिया तो मैं सप के जून में पिया तो इन्होंने मेरा ध्यान धारण किया सी, वो अपना हुण बदला लै रहे महाराज, कर्मां दा जिहड़ा हिसाब किताब मेरे तो पूरा कर रहे, मेरे शरीर नूं नोच नोच करके खा रहे ने। मैं इन्हां दे पदार्थ छकदा रहा सा, तरह तरह के स्वादिष्ट पदार्थ खांदा रहा सा, ते महाराज कृपा करो तुहाडी शरण धारण कीती, जिवें मेरी कल्याण कीती इन्हां कीड़ियां दी भी कर देव। धन गुरु हरगोबिंद साहिब महाराज जी ने सब दा उद्धार कीता सी। सो इसलिए पातशाह हजूर ने बख्शिश की, कहते हैं हे पांदा तू जिद्दां दी बिक जहर भरी विद्या पढ़ा रहा ना, इन्हां दे करके जान पहला फाहा पिया पांदे पिछों दे गल चाटड़िया। महाराज कहते गुरसिखो पहला पांदे की गल भी जमा ने फाहा पाउना है परमेश्वर की बंदगी ना करने करके, फिर पिछे जड़े चाटड़े विद्या पढ़न वाले विद्यार्थी उन्होंने गल में फाहा पवेगा। हे मूड़े हे बेसमझ पांदे, हे झल्ले पांदे, तेरा जेड़ा संयम सी ना नेम सी जिंदगी का वो चला गया है। नितनेम करने का नेम है, जिंदगी विच हर किसी मनुख ने कोई ना कोई नेम रखिया हुंदा है कि मैं दिन के समय ये कार्य करना है, दोपहर के समय ये करना है, शाम के समय इयों, रात के समय इयों, कोई ना कोई जिंदगी भी किसी ना किसी मनुख ने नेम रखिया हुंदा है। ते कोई तप साधना का नेम रख लेंदा, कोई योग अभ्यास का नेम रखदा, कोई किसी ढंग के नाल कोई किसी तरह करके रखता है। तो महाराज जिवें सतगुरु जी ने सिखां नूं भी नेम बख्शिया, अमृत वेले नितनेम करना, पंज बाणियां दा शाम के समय रह राज साहब विराजन के समय कीर्तन सोहले गुरबाणी का नेम करना, ये नित का नेम महाराज साहब जी ने सिखां नूं बख्शिश किया है। तो हजूर ने फरमान किया ससै संयम गयो मूढ़े, तो संयम नाम साध संगत जी इंद्रियां का दमन करने का भी है। हे पांदा तेरा इंद्रियां का दमन करने का जिहड़ा नेम सी ना भी चला गया है। ते महाराज मेरा इंद्रियां का दमन करने का, मेरा संयम जिंदगी का असल नेम किवें चला गया है, मैनू तो समझ नहीं आई। ते सतगुरु अमरदास साहिब महाराज कहते एक दान तुद कुथाए लिया। महाराज कहते जिहड़ा एक तू दान लै लिया ना खोटी थां तो, जिथों नहीं सी लेना चाहिए, उस एक दान दे करके ही तेरा जिंदगी का नेम चला गया, तेरी जिंदगी जिहड़ी बर्बाद ही हो गई है। महाराज किदां दा दान? सत संगत जी जिहड़ा लड़की वालियां दे कोल 500 रुपया लै करके ते लड़के वालियां नूं दिता ही नहीं सी, उन्होंने किया ही नहीं सी, झूठ बोल के लड़की वालियां तो लै लिया सी, उन्होंने तो दान कर दिता। पर महाराज सच्चे पातशाह कहते कुथाए खोटी था तो तू दान लै लिया, जिथों लैना नहीं सी चाहिए। बड़े गरीब सन लड़की वाले जिहड़े परिवार सी, पता नहीं किवें उन्होंने इकट्ठे करके पैसे दिते होणगे। तो महाराज सतगुरु जी ने उच्चारण किया एक दान तुद कुथाए लिया, खोटी था तो अजोग था तो ये दान लैने करके तेरा जिंदगी का संयम नेम सारा भ्रिष्ट हो जाना किता चला गया है। सतगुरु जी कहते जिहड़ी जजमान की पुत्री धी सी ना, जिहदा विआह सी, जिन्हां कोलों तूं पैसे लए है, सा तेरी वो तेरी भी धी लगदी सीगी। तू भी अक्सर धियां पुत्रा वाला परिवार वाला, और तेरी भी तो धी लगदी सी ना, जिहड़ी जजमान की पुत्री तू विआहण दे वास्ते जिहदे रिश्ते की गल कीती सी। महाराज सच्चे पातशाह कहते सा तेरी वो तेरी भी धी लगदी सी, तू उन्हूं ओपरी समझे है। तू पांदा सा विद्या पढ़ाउण वाला सी, वड्डे थां सीगा, ते वड्डे सा पिता दे समान ही हुंदे है। साध संगत जी पुरुष पिता दे समान ते इस्त्री माता दे समान हुंदी जिहड़े वड्डे हुंदे है। भाई गुरदास साहिब जी ने भी कहा है ना कि देख पराइयां चंगियां मावां भैणां धीआं जाणै, आप तो वड्डियां नूं पिता समान, फिर बराबर दियां नूं भरा समान, ते छोटियां नूं जिहड़ा बच्चियां दे पुत्रां दे समान समझना।
ਇਸੇ ਤਰ੍ਹਾਂ ਮਾਤਾਵਾਂ ਨੂੰ ਵੱਡਿਆਂ ਨੂੰ ਮਾਤਾਵਾਂ ਦੇ ਸਮਾਨ, ਬੀਬੀਆਂ ਵਿੱਚ ਤੇ ਬਰਾਬਰ ਦਿਆਂ ਨੂੰ ਭੈਣਾਂ ਤੇ ਛੋਟੀਆਂ ਨੂੰ ਧੀਆਂ ਦੇ ਸਮਾਨ ਜਾਣਨਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਤੇ ਸਤਿਗੁਰੂ ਜੀ ਨੇ ਉਚਾਰਨ ਕੀਤਾ, ਕਹਿਣ ਲੱਗੇ, ਸਾਈ ਪੁੱਤਰੀ ਜੱਜ ਮਾਨ ਕੀ ਸਾ ਤੇਰੀ, ਉਹ ਤੇਰੀ ਵੀ ਧੀ ਲੱਗਦੀ ਸੀ, ਤੂੰ ਕਿਉਂ ਭੁਲਾ ਦਿੱਤਾ। ਏਤ ਧਾਨ ਖਾਧੈ ਤੇਰਾ ਜਨਮ ਗਿਆ। ਤੂੰ ਆਪਣੀ ਧੀ ਦੇ ਪੈਸੇ ਲੈ ਕੇ ਖਾ ਲਏ, ਤੇਰਾ ਜਨਮ ਅਜਾਈਂ ਚਲਾ ਗਿਆ, ਤੇਰੀ ਜ਼ਿੰਦਗੀ ਅਜਾਈਂ ਚਲੀ ਗਈ ਹੈ। ਪਾਂਦੇ ਤੂੰ ਨਿਸ਼ਚੈ ਕਰਕੇ ਜਾਣ, ਤੂੰ ਆਪਣੀ ਧੀ ਦੇ ਪੈਸੇ ਲੈ ਕੇ ਖਾਦੇ ਹੈ। ਪਰਾਈ ਧੀ ਨਹੀਂ, ਆਖਰ ਤੇਰੀ ਵੀ ਧੀ ਲੱਗਦੀ ਸੀ। ਜੇ ਤੂੰ ਵਿੱਦਿਆ ਪੜ੍ਹਾਉਂਦਾ ਸਾਂ, ਤੈਨੂੰ ਮਾਣ ਸਤਿਕਾਰ ਦਿੰਦੇ ਸਨ। ਤੇ ਵਿੱਦਿਆ ਪੜ੍ਹਾਉਣ ਵਾਲਾ ਵੀ ਜਿਹੜਾ ਗੁਰੂ, ਉਹ ਮਾਤਾ ਪਿਤਾ ਦੇ ਸਮਾਨ ਹੀ ਹੁੰਦਾ ਹੈ। ਵਿੱਦਿਆ ਦੇਣ ਵਾਲਾ ਮਾਤਾ ਪਿਤਾ ਨਾਲੋਂ ਵੀ ਵੱਧ ਕਰਕੇ ਮੰਨਿਆ ਜਾਂਦਾ ਧਾਰਮਿਕ ਜਿਹੜੇ ਸ਼ਾਸਤਰ ਗ੍ਰੰਥਾਂ ਦੇ ਅਨੁਸਾਰ, ਕਿ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨਾਲੋਂ ਵੀ ਵੱਧ ਕਰਕੇ ਵਿੱਦਿਆ ਪੜ੍ਹਾਉਣ ਵਾਲਾ ਜਿਹੜਾ ਗੁਰੂ, ਉਹ ਮੰਨਿਆ ਜਾਂਦਾ ਹੈ। ਤੇ ਮਹਾਰਾਜ ਕਹਿੰਦੇ, ਇਹ ਜਿਹੜਾ ਤੂੰ ਖੋਟੀ ਥਾਂ ਤੂੰ ਦਾਨ ਲੈ ਲਿਆ ਨੇ, ਇਹਦੇ ਕਰਕੇ ਤੇਰਾ ਜਨਮ ਅਜਾਈਂ ਚਲਾ ਗਿਆ ਹੈ। ਕਿਉਂਕਿ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਬਾਬਾ ਲਹਿਣਾ ਜੀ ਦੇ ਰੂਪ ਅੰਦਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਦੋਂ ਸੇਵਾ ਵਿੱਚ ਸਨ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਹੇ ਮਹਾਰਾਜ, ਸੁਨ ਸਮਾਧੀਆਂ ਦੇ ਦਰਸ਼ਨ ਕਰਵਾਓ। ਅੰਤਰਜਾਮੀ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਆਪ ਨੇ ਤੁਰੇ ਜਾਣਾ, ਤੁਹਾਨੂੰ ਦਰਸ਼ਨ ਹੋ ਜਾਣਗੇ। ਪਹਿਲਾਂ ਗਏ ਇੱਕ ਨਗਰ ਦੇ ਵਿੱਚ, ਉਹ ਲੰਘ ਰਹੇ, ਉੱਥੇ ਉਹਨਾਂ ਲੋਕਾਂ ਦੇ ਮੂੰਹ ਕਾਲੇ ਸਨ। ਸਾਰੇ ਲੋਕਾਂ ਦੇ ਮੂੰਹ ਕਾਲੇ ਨਜ਼ਰ ਆਏ। ਬੜੀ ਹੈਰਾਨਗੀ ਹੋਈ। ਨਹੀਂ ਮਿਲੇ, ਥੋੜਾ ਅੱਗੇ ਗਏ ਤੇ ਸਾਧ ਸੰਗਤ ਜੀ ਉਹਨਾਂ ਦੇ ਧੌਣਾ ਵਿੱਚ ਕਿੱਲੇ ਠੋਕੇ ਹੋਏ ਨਜ਼ਰ ਆ ਰਹੇ ਸਨ। ਫਿਰ ਉਦੋਂ ਅੱਗੇ ਗਏ ਤੇ ਪੈਰ ਵੀ ਪੁੱਠੇ ਤੇ ਮੂੰਹ ਵੀ ਉਹਨਾਂ ਦੇ ਪੁੱਠੇ ਲੱਗੇ ਹੋਏ ਸਨ। ਪ੍ਰੇਤਾਂ ਦੀ ਤਰ੍ਹਾਂ ਉਹ ਨਜ਼ਰ ਆ ਰਹੇ ਸੀ। ਫਿਰ ਥੋੜਾ ਹੋਰ ਜਦੋਂ ਅੱਗੇ ਗਏ ਤੇ ਸਾਧ ਸੰਗਤ ਜੀ ਕੀ ਦੇਖਿਆ ਕਿ ਪਿਤਾ ਤੇ ਭਰਾਵਾਂ ਦੇ ਸਹਿਕਦੇ ਹੋਏ ਸਰੀਰ ਨਜ਼ਰ ਆ ਰਹੇ ਸਨ। ਤੇ ਧੀਆਂ ਤੇ ਭੈਣਾਂ ਉਹਨਾਂ ਦੇ ਸਾਧ ਸੰਗਤ ਜੀ ਸਰੀਰਾਂ ਨੂੰ ਖਾ ਰਹੀਆਂ, ਮਾਸ ਨੋਚ ਕਰਕੇ ਖਾ ਰਹੀਆਂ ਸੀ। ਦੇਖ ਕਰਕੇ ਬੜੀ ਹੈਰਾਨਗੀ ਹੋਈ। ਅੱਗੇ ਗਏ ਤੇ ਫਿਰ ਜਦੋਂ ਸੱਚਖੰਡ ਦੇ ਪਾਸ ਸੁਨ ਸਮਾਧੀਆਂ ਦੇ ਦਰਸ਼ਨ ਹੋਏ, ਬਚਨ ਬਿਲਾਸ ਕਰਕੇ ਵਾਪਸ ਆ ਗਏ। ਮਹਾਰਾਜ ਜੀ ਨੇ ਆ ਕੇ ਦੱਸਿਆ, ਸਤਿਗੁਰੂ ਜੀ ਦਰਸ਼ਨ ਹੋ ਗਏ ਸੁਨ ਸਮਾਧੀਆਂ ਦੇ, ਪਰ ਮਹਾਰਾਜ ਰਸਤੇ ਵਿੱਚ ਜੋ ਕੁਝ ਮੈਂ ਅੱਖਾਂ ਦੇ ਨਾਲ ਦੇਖ ਕਰਕੇ ਗਿਆ, ਉਹਨਾਂ ਦੀ ਮੈਨੂੰ ਸਮਝ ਨਹੀਂ ਆਈ ਉਹਦਾ ਕੀ ਕਾਰਨ ਸੀ। ਕਾਲੇ ਮੂੰਹ ਵਾਲੇ, ਫਿਰ ਧੌਣਾ ਵਿੱਚ ਕਿੱਲੇ ਠੁਕੇ ਹੋਏ, ਪੈਰ ਤੇ ਮੂੰਹ ਪਿੱਛੇ ਮੁੜੇ ਹੋਏ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿਣਗੇ, ਜਿਹੜੇ ਕਾਲੇ ਮੂੰਹ ਵਾਲੇ ਸਨ, ਸਾਰੇ ਨਗਰ ਦੇ ਲੋਕ, ਉਹਨਾਂ ਨੇ ਕਰਜ਼ਾ ਲੈ ਕੇ ਮੁੱਕਰ ਜਾਣਾ ਕੀਤਾ ਸੀ, ਤਾਂ ਉਹਨਾਂ ਦੇ ਮੂੰਹ ਕਾਲੇ ਕੀਤੇ ਗਏ। ਰੱਬ ਦੇ ਘਰ ਵਿੱਚ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮੂੰਹ ਕਾਲੇ ਕੀਤੇ ਗਏ ਉਹਨਾਂ ਦੇ, ਜਿਨ੍ਹਾਂ ਨੇ ਕਰਜ਼ਾ ਲੈ ਕੇ ਫਿਰ ਮੁੱਕਰ ਜਾਣਾ ਕੀਤਾ ਕਿ ਮੈਂ ਕਦੋਂ ਤੁਹਾਡੇ ਤੋਂ ਕਰਜ਼ਾ ਲਿਆ ਸੀ। ਇੱਦਾਂ ਹੁੰਦਾ ਹੀ ਹੈ, ਕੋਈ ਜਬਰਨ ਕਰ ਲੈਂਦੇ ਆ ਨਾ, ਕਿ ਅਸੀਂ ਕਦੋਂ ਕਰਜ਼ਾ ਲਿਆ ਸੀ। ਮੁੱਕਰ ਜਾਣਾ, ਬਲ ਦੇ ਕਰਕੇ ਜ਼ਬਰਦਸਤੀ ਜਬਰਨ ਕਿਸੇ ਤੋਂ ਕਰਜ਼ਾ ਲੈ ਲੈਣਾ। ਮਹਾਰਾਜ ਕਹਿੰਦੇ ਉਹਨਾਂ ਦੇ ਮੂੰਹ ਕਾਲੇ ਕੀਤੇ ਗਏ। ਫਿਰ ਮਹਾਰਾਜ ਜਿਨ੍ਹਾਂ ਧੌਣਾ ਵਿੱਚ ਕਿੱਲੇ ਠੋਕੇ ਹੋਏ ਸੀ, ਤੇ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਉਹਨਾਂ ਨੇ ਕਦੇ ਸਤਿਗੁਰੂ ਜੀ ਦਾ ਸਤਿਕਾਰ ਹੀ ਨਹੀਂ ਸੀ ਕੀਤਾ। ਜਿਵੇਂ ਹੁਣ ਵੀ ਸਾਧ ਸੰਗਤ ਕਈ ਵਾਰ ਅਸੀਂ ਆਕੜ ਕੇ ਖਲੋਤੇ ਰਹਿੰਦੇ ਆ ਨਾ, ਮਹਾਰਾਜ ਜੀ ਦਾ ਸਰੂਪ ਜਾ ਰਿਹਾ ਹੁੰਦਾ, ਪਾਲਕੀ ਸਾਹਿਬ ਜਾ ਰਹੀ ਹੋਵੇ ਤੇ ਝੁਕ ਕੇ ਸਾਡੇ ਤੋਂ ਨਮਸਕਾਰ ਵੀ ਨਹੀਂ ਹੁੰਦੀ। ਕਿੱਡੀ ਸਾਡੀ ਬਦਕਿਸਮਤੀ ਹੈ ਕਿ ਝੁਕ ਕੇ ਸਤਿਗੁਰੂ ਜੀ ਨੂੰ ਨਮਸਕਾਰ ਹੀ ਕਰ ਦੇਈਏ। ਸਤਿਗੁਰੂ ਜੀ ਦੀ ਸਵਾਰੀ ਜਾ ਰਹੀ ਹੈ। ਮਹਾਰਾਜ ਕਹਿੰਦੇ, ਗੁਰੂ ਦਾ ਸਤਿਕਾਰ ਨਾ ਕਰਨੇ ਕਰਕੇ ਤਿੰਨਾਂ ਦੀਆਂ ਧੌਣਾ ਵਿੱਚ ਕਿੱਲੇ ਠੋਕ ਦਿੱਤੇ ਰੱਬ ਨੇ, ਵੀ ਆਕੜੀਆਂ ਹੀ ਰਹਿਣ, ਇਹ ਸਦਾ ਇੱਦਾਂ ਹੀ ਰਹਿਣ। ਤੇ ਜਿਹੜੇ ਕਹਿੰਦੇ ਕਿ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਜਾਂਦੇ ਆ ਨਾ, ਉਹਨਾਂ ਨੂੰ ਫਿਰ ਪ੍ਰੇਤਾਂ ਦੀ ਤਰ੍ਹਾਂ ਜੂਨ ਪ੍ਰਾਪਤ ਹੋ ਜਾਂਦੀ ਹੈ। ਪ੍ਰੇਤਾਂ ਵਾਂਗ ਉਹਨਾਂ ਦੇ ਸਰੀਰ ਬਣ ਜਾਂਦੇ ਆ, ਪੈਰ ਵੀ ਪੁੱਠੇ ਤੇ ਮੂੰਹ ਵੀ ਉਹਨਾਂ ਦੇ ਪੁੱਠੇ, ਮਹਾਰਾਜ ਤੋਂ ਬੇਮੁਖ ਹੋ ਜਾਂਦੇ ਜਿਹੜੇ। ਤੇ ਸਤਿਗੁਰੂ ਜੀ ਜਿਹੜਾ ਲੜਕੀਆਂ ਦੇਖੀਆਂ ਸਹਿਕਦੇ ਹੋਏ ਸਰੀਰਾਂ ਦਾ ਮਾਸ ਖਾ ਰਹੀਆਂ ਸੀ, ਬਾਬਾ ਲਹਿਣਾ ਜੀ ਕਹਿੰਦੇ, ਤੇ ਹਜ਼ੂਰ ਨੇ ਜਵਾਬ ਦਿੱਤਾ, ਕਹਿਣ ਲੱਗੇ, ਜਿਨ੍ਹਾਂ ਦੇ ਧੀਆਂ ਦੇ ਪੈਸੇ ਲੈ ਲੈ ਕਰਕੇ ਖਾਧੇ ਆ ਨਾ, ਉਹ ਫਿਰ ਉਹਨਾਂ ਤੋਂ ਬਦਲਾ ਲੈ ਰਹੀਆਂ ਨੇ। ਉਸ ਬਦਲੇ ਉਹਨਾਂ ਦਾ ਮਾਸ ਨੋਚ ਕਰਕੇ ਖਾ ਰਹੀਆਂ ਕਿ ਸਾਨੂੰ ਵੇਚ ਕਰਕੇ ਸਾਡੇ ਪੈਸੇ ਖਾਧੇ ਆ। ਇੱਦਾਂ ਦੀ ਹਾਲਤ ਹੁੰਦੀ ਹੈ। ਤਾਂ ਮਹਾਰਾਜ ਗਰੀਬ ਨਵਾਜ਼
ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹੈ, ਪਾਂਦਾ ਜੀ ਸਾਈ ਪੁੱਤਰੀ ਜੱਜ ਮਾਨ ਕੀ ਸਾਥ ਤੇਰੀ, ਏਤ ਧਾਨ ਖਾਧੈ ਤੇਰਾ ਜਨਮ ਗਿਆ। ਜਿਹੜੀ ਜੱਜ ਮਾਨ ਦੀ ਪੁੱਤਰੀ ਸੀ ਨਾ, ਮਹਾਰਾਜ ਕਹਿੰਦੇ ਉਹ ਤੇਰੇ ਵੀ ਤਾਂ ਪੁੱਤਰੀ ਸੀ, ਉਹਦੀ ਧੀ ਤੇਰੇ ਵੀ ਧੀ ਲੱਗਦੀ ਸੀ ਨਾ, ਪਰ ਉਹਦਾ ਤੂੰ ਪੈਸੇ ਲੈ ਕਰਕੇ ਖਾ ਲਏ। ਧੀ ਦੇ ਪੈਸੇ ਲੈ ਕੇ ਖਾਣੇ ਕਰਕੇ, ਕੁਝ ਥਾਂ ਤੋਂ ਦਾਨ ਲੈਣੇ ਕਰਕੇ ਤੇਰਾ ਜਨਮ ਅਜਾਈ ਚਲਾ ਗਿਆ ਹੈ। ਇਹ ਜਾਣ ਜ਼ਿੰਦਗੀ ਤੇਰੀ ਅਜਾਈ ਬਤੀਤ ਹੋ ਗਈ ਹੈ। ਮਤ ਹਿਰਲੀ ਤੇਰੀ ਮੂੜੇ। ਸਤਿਗੁਰੂ ਜੀ ਮੰਮੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ, ਹੇ ਮੂੜੇ, ਹੇ ਬੇਸਮਝ ਜੀਵਾ, ਤੇਰੀ ਮਤ ਜਿਹੜੀ ਹੈ ਨਾ ਔਗਣਾ ਨੇ ਹਿਰ ਲਈ ਹੈ, ਚੁਰਾ ਲਈ ਹੈ। ਵੱਡਾ ਰੋਗ ਪਿਆ। ਕਿਉਂਕਿ ਤੇਰੇ ਹਿਰਦੇ ਅੰਦਰ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਦਾ ਇਹ ਬੜਾ ਵੱਡਾ ਬੜਾ ਭਿਆਨਕ ਰੋਗ ਪੈਦਾ ਹੋ ਗਿਆ ਹੈ, ਜਿਸ ਰੋਗ ਦਾ ਕੋਈ ਸੰਸਾਰ ਦੇ ਅੰਦਰ ਦਵਾ ਦਾਰੂ ਹੈ ਹੀ ਨਹੀਂ ਹੈ। ਕੇਵਲ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਵਾਹਿਗੁਰੂ ਸ਼ਬਦ ਦੇ ਅਭਿਆਸ ਕੀਤੇ ਬਿਨਾਂ ਕੋਈ ਦੁਨੀਆ ਦਾ ਦਵਾ ਦਾਰੂ ਕਾਟ ਕਰਨ ਵਾਲਾ ਨਹੀਂ ਹੈ। ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਦਾ ਹੰਕਾਰੀ ਹੋ ਕੇ ਜਨਮ ਦਾ ਮਰਦਾ ਰਹਿੰਦਾ ਹੈ। ਤੋ ਹਜ਼ੂਰ ਨੇ ਉਚਾਰਨ ਕੀਤਾ, ਹੇ ਜੀਵ, ਹਉਮੈ ਵੱਡਾ ਰੋਗ ਪਿਆ, ਬੜਾ ਭਿਆਨਕ ਵੱਡਾ ਰੋਗ ਤੇਰੇ ਅੰਦਰ ਪੈਦਾ ਹੋ ਗਿਆ ਹੈ। ਅੰਤਰ ਆਤਮੇ ਤੋਂ ਬ੍ਰਹਮ ਸਰੂਪ ਨੂੰ ਜਾਣਿਆ ਨਹੀਂ। ਪਰਮਾਤਮਾ ਜੀ ਦੇ ਸਰੂਪ ਦੀ ਪਹਿਚਾਣ ਨਹੀਂ ਕੀਤੀ ਕਿ ਪਰਮਾਤਮਾ ਮੇਰੇ ਅੰਦਰ ਵਸਦਾ ਹੈ, ਜੋਤ ਰੂਪ ਹੋ ਕਰਕੇ ਮੇਰੇ ਅੰਦਰ ਪ੍ਰਕਾਸ਼ ਕਰ ਰਿਹਾ ਹੈ। ਮਾਇਆ ਦਾ ਮੁਹਤਾਜ ਪਿਆ। ਕੇਵਲ ਮਾਇਆ ਦਾ, ਧਨ ਪਦਾਰਥਾਂ ਦਾ ਹੀ ਤੂੰ ਮੁਹਤਾਜ ਹੁੰਦਾ ਰਿਹਾ ਹੈ। ਮਾਇਆ ਵਾਸਤੇ ਕਦੇ ਕਿਸੇ ਦੇ ਮੁਹਤਾਜ ਹੁੰਦਾ, ਕਦੇ ਕਿਸੇ ਦੇ ਮੁਹਤਾਜ ਹੁੰਦਾ, ਕਦੇ ਕਿਸੇ ਦੇ ਅਧੀਨ ਹੋ ਜਾਂਦਾ, ਕਦੇ ਕਿਸੇ ਦੇ ਅਧੀਨਗੀ ਕਬੂਲ ਲੈਂਦਾ। ਮਹਾਰਾਜ ਕਹਿੰਦੇ ਕੇਵਲ ਮਾਇਆ ਕਾ ਮੁਹਤਾਜ ਪਿਆ, ਮਾਇਆ ਦੀ ਮੁਹਤਾਜਗੀ ਕਰਦਾ ਰਹਿੰਦਾ ਹੀ ਹੈ ਨਾ। ਪਰਮਾਤਮਾ ਤਾਂ ਤੈਨੂੰ ਕਦੇ ਚੇਤੇ ਆਉਂਦਾ ਹੀ ਨਹੀਂ। ਵਾਹਿਗੁਰੂ ਦੇ ਸਰੂਪ ਨੂੰ ਆਪਣੇ ਅੰਤਰ ਆਤਮੇ ਪਹਿਚਾਣਿਆ ਨਹੀਂ। ਕੇਵਲ ਮਾਇਆ ਕਾ ਮੁਹਤਾਜ ਪਿਆ, ਕੇਵਲ ਧਨ ਦਾ, ਰੰਗਾ ਰੰਗਾਂ ਦੀ ਮਾਇਆ ਦਾ ਹੀ ਮਹਾਰਾਜ ਕਹਿੰਦੇ ਤੂੰ ਮੁਹਤਾਜ ਹੋਇਆ ਫਿਰਦਾ ਹੈ। ਕਦੇ ਜੜ ਮਾਇਆ, ਕਦੇ ਚੇਤਨ ਮਾਇਆ ਦੇ ਮੁਹਤਾਜ ਅਧੀਨ ਹੋਇਆ ਫਿਰਦਾ, ਰੱਬ ਨੂੰ ਕਦੇ ਤੂੰ ਚੇਤੇ ਨਹੀਂ ਕਰਦਾ। ਐਸਾ ਸਰੀਰਾਂ ਦਾ ਮੋਹ ਲੱਗਾ, ਐਸੀ ਪ੍ਰਬਲ ਮਾਇਆ ਤੈਨੂੰ ਚੰਬੜੀ ਹੋਈ ਹੈ, ਤੂੰ ਆਪਣੇ ਸਰੂਪ ਦੀ ਪਹਿਚਾਣ ਹੀ ਨਹੀਂ ਕਦਾਚਿਤ ਵੀ ਕਰਦਾ। ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਜੀਵ ਤੇਰੀ ਇੱਦਾਂ ਦੀ ਹਾਲਤ ਬਣ ਚੁੱਕੀ ਹੈ, ਤੂੰ ਦਰ ਦਰ ਤੇ ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਜਾ ਕੇ ਅਧੀਨ ਹੁੰਦਾ ਫਿਰਦਾ ਹੈ। ਇਸ ਮਾਇਆ ਦੀ ਖਾਤਰ ਦਰ ਦਰ ਤੇ ਠੋਕਰਾਂ ਖਾਂਦਾ ਫਿਰ ਰਿਹਾ ਹੈ। ਸਤਿਗੁਰੂ ਜੀ ਕੱਕੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ, ਹੇ ਜੀਵਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਇਹਨਾਂ ਵਿਕਾਰਾਂ ਵਿੱਚ ਗ੍ਰਸਿਆ ਹੋਇਆ ਤੂੰ ਭਰਮਿਆ ਫਿਰ ਰਿਹਾ ਹੈ। ਇਹ ਸੰਸਾਰ ਦੀ ਪਦਾਰਥਾਂ ਦੀ ਔਰ ਸਰੀਰਾਂ ਦੀ ਮੋਹ ਮਮਤਾ ਲੱਗਣੇ ਕਰਕੇ ਤੈਨੂੰ ਹਰੀ ਵਿਸਰ ਗਿਆ ਹੈ, ਪਰਮਾਤਮਾ ਭੁੱਲ ਗਿਆ ਹੈ। ਪਰਮੇਸ਼ਰ ਦੀ ਯਾਦ ਤੇਰੇ ਹਿਰਦੇ ਵਿੱਚੋਂ ਵਿਸਰ ਗਈ ਹੈ, ਕਿਉਂਕਿ ਸੰਸਾਰ ਦੀ ਮੋਹ ਮਮਤਾ ਨੇ ਤੇਰੇ ਤੇ ਆਪਣਾ ਪ੍ਰਭਾਵ ਪਾ ਲਿਆ ਹੈ। ਮੋਹ ਮਮਤਾ ਦੇ ਜਾਲ ਅਧੀਨ ਤੂੰ ਆ ਗਿਆ ਹੈ। ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਵਿੱਚ ਭਰਮਿਆ ਫਿਰ ਰਿਹਾ ਹੈ। ਕਦੇ ਮੰਦੀ ਵਾਸ਼ਨਾ, ਕਦੇ ਕ੍ਰੋਧ, ਕਦੇ ਲੋਭ, ਕਦੇ ਹੰਕਾਰ, ਇਹਨਾਂ ਦੇ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਤੂੰ ਭਟਕ ਰਿਹਾ, ਰੱਬ ਨੂੰ ਭੁਲਾਈ ਬੈਠਾ ਹੈ। ਮਹਾਰਾਜ ਕਹਿੰਦੇ ਇਹਨਾਂ ਔਗਣਾ, ਇਹਨਾਂ ਵਿਕਾਰਾਂ ਦੇ ਕਰਕੇ ਕਦੇ ਵੀ ਸੁਖ ਮਿਲਣ ਵਾਲਾ ਨਹੀਂ ਹੈ। ਇਹ ਪਾਂਦਾ ਜੀ, ਤੈਂ ਭਾਵੇਂ ਸੰਸਾਰ ਦੇ ਅੰਦਰ ਬਹੁਤ ਵਿਦਿਆ ਪੜ੍ਹੀ ਹੈ, ਫਿਰ ਬੜੀ ਗੁਣੇ ਵਿਚਾਰਨਾ ਕੀਤੀ ਹੈ, ਬਹੁਤਾ ਤੂੰ ਪੁਕਾਰ ਪੁਕਾਰ ਕਰਕੇ ਬੋਲਿਆ ਹੈ, ਪਰ ਵਾਹਿਗੁਰੂ ਦੇ ਸਰੂਪ ਦੇ ਬੁੱਝਣ ਤੋਂ ਬਿਨਾਂ ਤੂੰ ਡੁੱਬ ਕੇ ਮਰ ਗਿਆ। ਇਹ ਨਿਸ਼ਚੈ ਕਰਕੇ ਜਾਣ, ਤੂੰ ਡੁੱਬ ਡੁੱਬ ਕਰਕੇ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਖਾ ਖਾ ਕਰਕੇ ਮਰੇਂਗਾ, ਬਾਰ ਬਾਰ ਤੈਨੂੰ ਮਰਨਾ ਪਵੇਗਾ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੇ ਸਰੂਪ ਨੂੰ ਬੁੱਝਿਆ ਨਾ, ਕੇਵਲ ਅਜਾਈ ਸੰਸਾਰ ਤੋਂ ਚਲਾ ਗਿਆ, ਬਿਨ ਬੁੱਝੇ ਤੂੰ ਡੂਬ ਮੁਆ।
ਡੁੱਬ ਕਰਕੇ ਮਰੇਂਗਾ। ਸੰਸਾਰ ਦੇ ਅੰਦਰ ਬਾਰ-ਬਾਰ ਤੈਨੂੰ ਮਰਨਾ ਪਵੇਗਾ। ਤਤੈ ਤਾਮਸ ਜਲਿਓ ਮੂੜੇ। ਸਤਿਗੁਰੂ ਜੀ ਤਤੇ ਅੱਖਰ ਦੁਆਰਾ ਉਪਦੇਸ਼ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਜੀਵ ਤੂੰ ਤਾਮਸ ਕ੍ਰੋਧ ਦੇ ਵਿੱਚ, ਤਮੋ ਗੁਣ ਦੇ ਵਿੱਚ ਹੀ ਹਰ ਸਮੇਂ ਜਲਦਾ ਰਹਿੰਦਾ, ਸੜਦਾ ਰਹਿੰਦਾ ਹੈ। ਨਿੱਕੀ ਨਿੱਕੀ ਗੱਲ ਤੋਂ ਕ੍ਰੋਧ ਦੇ ਵਿੱਚ ਆ ਜਾਂਦਾ ਹੈ। ਮਹਾਰਾਜ ਕਹਿੰਦੇ ਤਮੋ ਗੁਣੀ ਪ੍ਰਧਾਨਤਾ ਹੋਣੇ ਕਰਕੇ ਤਾਮਸ ਦੇ ਵਿੱਚ ਹੀ ਤੂੰ ਸੜਦਾ ਰਹਿੰਦਾ ਹੈ। ਤਤੈ ਥਾਨ ਭ੍ਰਸ਼ਟ ਹੋਆ। ਤੇ ਜਿਸ ਥਾਂ ਤੇ ਵੀ ਬੈਠਦਾ ਉਹ ਥਾਂ ਤੇਰੀ ਭ੍ਰਿਸ਼ਟ ਹੋ ਜਾਂਦੀ ਹੈ। ਥੱਥੈ ਥਾਨ, ਜਿਹੜੀ ਵਾਹਿਗੁਰੂ ਦੇ ਘਰ ਵਿੱਚ ਤੈਨੂੰ ਥਾਂ ਮਿਲਣੀ ਸੀ ਨਾ, ਉਹ ਜਾਣ ਭ੍ਰਿਸ਼ਟ ਹੋ ਗਈ। ਭਾਵ ਉਹ ਤੇਰੇ ਬੈਠਣ ਦੇ ਯੋਗ ਹੀ ਨਹੀਂ ਹੈ। ਤੂੰ ਉੱਥੇ ਬੈਠਣ ਦੇ ਯੋਗ ਹੀ ਨਹੀਂ ਹੈ। ਜਿਹੜੀ ਪ੍ਰਮਾਤਮਾ ਦੇ ਘਰ ਦੇ ਵਿੱਚ ਤੈਨੂੰ ਥਾਂ ਮਿਲਣੀ ਸੀਗੀ, ਰੱਬ ਦੇ ਘਰ ਵਿੱਚ ਥਾਂ ਨਹੀਂ ਤੈਨੂੰ ਹੁਣ ਮਿਲੇਗੀ, ਕਿਉਂਕਿ ਤੂੰ ਰੱਬ ਨੂੰ ਚੇਤੇ ਨਹੀਂ ਕਰਦਾ। ਕੇਵਲ ਕ੍ਰੋਧੀ ਹੋ ਕਰਕੇ, ਵਿਕਾਰਾਂ ਦੇ ਅਧੀਨ ਹੋ ਕਰਕੇ ਤੂੰ ਬਾਰ-ਬਾਰ ਸੰਸਾਰ ਅੰਦਰ ਸੜਦਾ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ, ਹੇ ਜੀਵ ਤੂੰ ਸੰਸਾਰ ਦੇ ਅੰਦਰ ਇਉਂ ਹੀ ਥੱਥੈ ਥਾਨ ਭ੍ਰਿਸ਼ਟ ਹੋਵਾ। ਕਹਿੰਦੇ ਕਿ ਜਿਹੜਾ ਥਾਂ ਸੀ ਨਾ, ਜਿੱਥੇ ਵੀ ਤੂੰ ਬੈਠਣਾ ਕੀਤਾ, ਉਹ ਵੀ ਭ੍ਰਿਸ਼ਟ ਹੋ ਗਿਆ। ਕਿਉਂਕਿ ਕ੍ਰੋਧੀ ਬੰਦਾ ਜਿੱਥੇ ਵੀ ਜਾਵੇ, ਸਾਧ ਸੰਗਤ ਜੀ, ਉੱਥੇ ਲੜਾਈ ਝਗੜਾ ਕਰਦਾ ਹੈ। ਉਹ ਥਾਂ ਪਿੱਟੀ ਜਾਂਦੀ, ਫਿਰ ਉੱਥੇ ਬੈਠਣ ਦੇ ਯੋਗ ਨਹੀਂ ਰਹਿੰਦਾ ਜਿੱਥੇ ਇੱਕ ਵਾਰ ਚਲਾ ਜਾਂਦਾ। ਕਦੇ ਕਿਸੇ ਦੇ ਗਲ ਪੈ ਜਾਂਦਾ, ਕਦੇ ਕਿਸੇ ਗਲ ਪੈ ਜਾਂਦਾ ਹੈ। ਲੜਦਾ ਰਹਿੰਦਾ, ਝਗੜਦਾ ਰਹਿੰਦਾ, ਤੇ ਦੁਬਾਰਾ ਫਿਰ ਉਹਨੂੰ ਕੋਈ ਬੁਲਾਉਂਦਾ ਵੀ ਨਹੀਂ, ਤੇ ਫਿਰ ਉੱਥੇ ਬੈਠਣ ਦੇ ਯੋਗ ਥੋੜ੍ਹਾ ਰਹਿੰਦਾ। ਮਹਾਰਾਜ ਕਹਿੰਦੇ ਤਾਂ ਤਮੋ ਗੁਣੀ ਤਾਮਸੀ ਸੁਭਾਅ ਦਾ ਕ੍ਰੋਧੀ ਬੰਦਾ ਜਿੱਥੇ ਵੀ ਜਾਂਦਾ ਹੈ, ਥੱਥੈ ਥਾਨ ਭ੍ਰਿਸ਼ਟ ਪਿਆ। ਮਹਾਰਾਜ ਕਹਿੰਦੇ ਉਹ ਆਪਣੀ ਥਾਂ ਭ੍ਰਿਸ਼ਟ ਹੀ ਕਰ ਲੈਂਦਾ, ਉੱਥੇ ਦੁਬਾਰਾ ਫਿਰ ਬੈਠ ਹੀ ਨਹੀਂ ਸਕਦਾ। ਨਿਮਰਤਾ ਸ਼ਾਂਤੀ ਹਿਰਦੇ ਦੀ ਭੰਗ ਕਰਕੇ ਆਪਣਾ ਵੀ ਹਿਰਦਾ ਦਿਖਾਉਂਦਾ ਤੇ ਹੋਰਨਾਂ ਨੂੰ ਕ੍ਰੋਧਵਾਨ ਹੋ ਕਰਕੇ ਦਿਖਾਉਂਦਾ ਰਹਿੰਦਾ ਹੈ। ਕੱਗੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹੈ, ਬੇਸਮਝ ਜੀਵ ਤੂੰ ਘਰਾਂ ਘਰਾਂ ਵਿੱਚ ਫਿਰਦਾ ਹੈ। ਕਦੇ ਕਿਸੇ ਘਰ ਜਾਂਦਾ, ਕਦੇ ਕਿਸੇ ਘਰ ਜਾਂਦਾ, ਕਦੇ ਕਿਸੇ ਦਰ ਤੇ ਨੱਕ ਰਗੜਦਾ, ਕਦੇ ਕਿਸੇ ਘਰ ਜਾ ਕੇ ਗੋਡੇ ਰਗੜਦਾ ਰਹਿੰਦਾ। ਇਉਂ ਘਰਾਂ ਘਰਾਂ ਵਿੱਚ ਤੂੰ ਬਾਰ-ਬਾਰ ਮੰਗਦਾ ਫਿਰਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜ਼ੂਰ ਬਖਸ਼ਿਸ਼ ਕਰਦੇ ਨੇ ਦੱਦੇ ਅੱਖਰ ਦੁਆਰਾ, ਹੇ ਪਾਂਦਾ ਜੀ, ਜਿਹੜਾ ਪਰਮੇਸ਼ਰ ਦਾ ਨਾਮ ਦਾ ਦਾਨ ਸੀ, ਸਭ ਤੋਂ ਪਰਮ ਤੇ ਸ਼੍ਰੋਮਣੀ ਦਾਨ, ਉਹ ਤਾਂ ਤੂੰ ਲਿਆ ਹੀ ਨਾ। ਹੇ ਜੀਵ ਦੱਦਾ ਨਾ ਤੁਧ ਦਾਨ ਲਿਆ, ਤੂੰ ਦਾਨ ਨਹੀਂ ਲੈਣਾ ਕੀਤਾ ਪਰਮੇਸ਼ਰ ਦੇ ਨਾਮ ਦਾ, ਜਿਹੜਾ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੋਣਾ ਸੀ। ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਦੇ ਵਿੱਚੋਂ ਜਿਹੜਾ ਨਾਮ ਦਾ ਦਾਨ ਮਿਲਣਾ ਸੀ, ਉਹ ਤੂੰ ਲਿਆ ਹੀ ਨਾ। ਹੋਰ ਘਰ ਘਰ ਜਾ ਕੇ ਮੰਗਦਾ ਫਿਰਦਾ ਰਿਹਾ, ਹੋਰ ਦਾਨ ਤੂੰ ਸੰਸਾਰ ਦੇ ਵਿੱਚੋਂ ਮੰਗਦਾ ਰਹਿੰਦਾ, ਪਰ ਜਿਹੜਾ ਸ਼੍ਰੋਮਣੀ ਤੇ ਪਰਮ ਦਾਨ ਹੈ, ਉਹ ਤੂੰ ਸਤਿਗੁਰੂ ਜੀ ਤੋਂ ਕਦੇ ਵੀ ਮੰਗਿਆ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਨਾਮ ਦਾ ਦਾਨ ਮੰਗਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਰਹਿੰਦੀ ਇਸ ਬਾਣੀ ਦੇ ਵਿਚਾਰ ਸਤਿਗੁਰੂ ਜੀ ਕਿਰਪਾ ਕਰਨ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੋਂ ਤੱਕ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।